ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰ ਰਿਹਾ ਆ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫ਼ੋਨ ਨੰਬਰ 4082722500। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ, ਅਮਰਜੀਤ ਸਿੰਘ ਦੋਸਾਂਝ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਲਾਲੂ ਪ੍ਰਸ਼ਾਦ ਦੀ ਖਬਰ ਕਰਦੇ ਹਾਂ ਕਿ ਲਾਲੂ ਪ੍ਰਸ਼ਾਦ ਯਾਦਵ ਤੇ ਕਾਰਤੀ ਚਿਦੰਬਰਮ ਦੇ ਟਿਕਾਣਿਆਂ ਤੇ CBI ਦੇ ਆਮਦਨ ਦੇ ਛਾਪੇ। ਹਾਂ, ਕਹਿੰਦੇ ਹੁੰਦੇ ਆ ਕਿ ਜੀ ਚੋਰ ਜਾਂਜੀ ਚੋਰ ਮਾਂਜੀ ਚੋਰ ਵਿਆਹੁਣ ਆਏ। 100 ਕਿਸਮ ਦੇ ਦਾਗ ਲਾਗ ਬਣ ਕੇ ਲਾਲੂ ਨੂੰ ਚਿੰਬੜੇ ਹੋਏ ਆ। ਕਈ 100 ਦੋਸ਼ ਕੇਂਦਰੀ ਏਜੰਸੀਆਂ ਤੇ ਲੱਗਦੇ ਆ। ਦੋਵੇਂ ਸਾਲਾਂ ਤੋਂ ਇੱਕ ਦੂਜੇ ਨਾਲ ਖੋ ਖੋ ਖੇਡਦੇ ਪਏ ਆ। ਅੱਜ ਇੱਕ ਵਾਰ ਫਿਰ ਲਾਲੂ ਦੇ ਆਲੂ ਕੇਂਦਰੀ ਏਜੰਸੀਆਂ ਨੇ ਫੁੱਲਣੇ ਸ਼ੁਰੂ ਕਰ ਦਿੱਤੇ। ਫਰਕ ਸਿਰਫ ਇੰਨਾ ਆ ਕਿ ਕਦੇ ਲਾਲੂ ਘਰ ਚੋਂ ਇਕੱਲਾ ਹੀ ਇਹੋ ਜਿਹੇ ਕੰਮਾਂ 'ਚ ਮਿਹਨਤ ਕਰਦਾ ਹੁੰਦਾ ਸੀ, ਹੁਣ ਸੁੱਖ ਨਾਲ ਧੀਆਂ ਪੁੱਤ ਵੀ ਉਹਦੇ ਹੱਥ ਵਟਾਉਣ ਲੱਗ ਪਏ ਆ। ਐਤਕੀ ਜਿਹੜਾ ਇਹ ਛਾਪੇਮਾਰੀ ਦਾ ਦੌਰ ਚੱਲਿਆ, ਇਹਦੇ ਵਿੱਚ ਇਹਦੀ ਧੀ ਮੀਸਾ ਭਾਰਤੀ ਤੇ ਇਹਦੇ 2 ਮੁੰਡੇ ਤੇਜਸਵਨੀ ਤੇ ਤੇਜ ਪ੍ਰਤਾਪ, ਉਹਨਾਂ ਦਾ ਵੀ ਨਾਂ ਆ ਕਿ ਉਹਨਾਂ ਨੇ 1000 ਕਰੋੜ ਰੁਪਈਏ ਦੀ ਜਿਹੜੀ ਬੇਨਾਮੀ ਜਾਇਦਾਦ ਬਣਾਈ ਆ। ਉਹਦੇ ਮੁਤਲਕ ਇਹ ਸਾਰੇ ਖੇਡ ਜਿਹੜੀ ਖੇਡੀ ਜਾ ਰਹੀ ਆ। ਦੂਜੇ ਪਾਸੇ ਜੇ ਗੱਲ ਕਰੀਏ ਕਾਰਤੀ ਚਿਦੰਬਰਮ ਦੀ, ਤੇ ਉਹ ਪੀ ਚਿਦੰਬਰਮ ਦਾ ਮੁੰਡਾ ਹੈ। ਕਾਂਗਰਸ ਸਰਕਾਰ ਵੇਲੇ ਜਿਹੜੀ UPA ਦੀ ਸਰਕਾਰ ਸੀ, UPA 1 UPA 2, ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚ ਪੀ ਚਿਦੰਬਰਮ ਬਹੁਤ ਵੱਡੇ ਅਹੁਦਿਆਂ ਤੇ ਰਿਹਾ, ਕੇਂਦਰੀ ਮੰਤਰੀ ਰਿਹਾ ਜੀ। ਹੁਣ ਦੋਨਾਂ ਹੀ ਮਾਮਲਿਆਂ ਦੇ ਵਿੱਚ ਇੱਕੋ ਦਿਨ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਹੈ। ਲਾਲੂ ਪ੍ਰਸਾਦ ਯਾਦਵ ਦੇ ਮਾਮਲੇ ਦੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਉੱਥੇ ਬਹੁਤ ਵੱਡਾ ਭਾਰਤੀ ਜਨਤਾ ਪਾਰਟੀ ਦਾ ਨੇਤਾ ਬਿਹਾਰ ਦੇ ਵਿੱਚ ਸੁਸ਼ੀਲ ਮੋਦੀ, ਉਹ ਬੜੇ ਦਿਨਾਂ ਤੋਂ ਦਾਅਵੇ ਕਰਦਾ ਰਿਹਾ, ਬੜੇ ਦਿਨਾਂ ਤੋਂ ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੱਥ ਲਿਆ ਕੇ ਗੱਲਾਂ ਕਰਦਾ ਪਿਆ ਕਿ ਇਹ ਲੁੱਟ ਕੇ ਖਾ ਗਏ, ਇਹਨਾਂ ਨੇ ਉਜਾੜਾ ਕਰਕੇ ਧਰ ਦਿੱਤਾ। ਦੂਜੇ ਪਾਸੇ ਜੇ ਪੀ ਚਿਦੰਬਰਮ ਦੇ ਮੁੰਡੇ ਦੀ ਗੱਲ ਕਰੀਏ, ਦੋਸ਼ ਉਹਨਾਂ ਤੇ ਵੀ ਬੜੇ ਲੰਮੇ ਸਮੇਂ ਤੋਂ ਲੱਗਦੇ ਆਏ ਆ। ਪਰ ਅੱਜ ਫਰਵਰੀ ਦੇ ਵਿੱਚ ਸੁਬਰਾਮਨੀਅਮ ਸਵਾਮੀ ਨੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੇ ਉਸ ਤੋਂ ਬਾਅਦ ਇੱਕ ਵੈਬਸਾਈਟ ਤੇ ਕੁਝ ਅਕਾਊਂਟਸ ਜਿਹੜੇ ਸੀ ਉਹ ਖੁਲਾਸੇ ਦੇ ਰੂਪ 'ਚ ਉੱਥੇ ਨਸ਼ਰ ਕਰ ਦਿੱਤੇ ਸਨ ਕਿ ਇਹਨਾਂ ਦੇ 21 ਖਾਤੇ ਆ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ, 9 ਦੇਸ਼ਾਂ ਦੇ ਵਿੱਚ 21 ਖਾਤੇ ਆ। ਸੋ ਇਹ ਲੱਗਦਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਪਣੇ ਮੋਹਰੇ ਅੱਗੇ ਲੱਗ ਕੇ ਤੱਥ ਇਕੱਠੇ ਕਰਕੇ ਲਿਆ ਕੇ ਲੋਕਾਂ ਦੇ ਵਿੱਚ ਰੱਖਦੇ ਪਏ ਆ, ਇਹੋ ਜਿਹੀ ਕਾਰਵਾਈ ਕੀਤੀ ਜਾ ਸਕਦੀ ਆ। ਸੋ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਤੇ ਇਹ ਦੋਸ਼ ਆ ਕਿ ਇਹਨਾਂ ਨੇ ਫਰਜ਼ੀ ਕੰਪਨੀਆਂ ਖੜੀਆਂ ਕਰਕੇ ਬਹੁਤ ਸਸਤੇ ਰੇਟਾਂ ਤੇ ਸ਼ੇਅਰਾਂ ਦੀ ਖਰੀਦੋ ਫਰੋਖਤ ਕਰਕੇ ਆਪਣੇ ਆਪ ਹੀ ਫਿਰ ਉਹਨਾਂ ਕੰਪਨੀਆਂ ਨੂੰ ਬੰਦ ਕਰ ਦਿੱਤਾ, ਜਾਂ ਦੂਜਿਆਂ ਦੇ ਨਾਵਾਂ ਤੇ ਫਰਜ਼ੀ ਕੰਪਨੀਆਂ ਖੜੀਆਂ ਕਰਾ ਕੇ ਮੁੜ ਕੇ ਉਹ ਕੰਪਨੀਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਮਰਜ ਕਰ ਲਈਆਂ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸ਼ ਇਹਨਾਂ ਤੇ ਲੱਗਦੇ ਪਏ ਆ। ਪੀ ਚਿਦੰਬਰਮ ਦੇ ਮੁੰਡੇ ਕਾਰਤੀ ਚਿਦੰਬਰਮ ਤੇ ਵੀ ਇਹੋ ਜਿਹੇ ਦੋਸ਼ ਆ ਕਿ ਉਹਨੇ ਫਰਜ਼ੀ ਕੰਪਨੀਆਂ ਜਿਹੜੀਆਂ ਖੜੀਆਂ ਕੀਤੀਆਂ। ਇਸ ਤੋਂ ਇਲਾਵਾ ਉਹਦੇ ਤੇ ਇੱਕ ਇਹ ਵੀ ਦੋਸ਼ ਆ ਕਿ ਇੱਕ ਮੀਡੀਆ ਹਾਊਸ ਉਹਨੇ ਖੜਾ ਕਰਕੇ ਉਹਦੇ ਵਿੱਚ ਸ਼ੇਅਰ ਪਾ ਕੇ ਬਹੁਤ ਸਾਰਾ ਪੈਸਾ ਜਿਹੜਾ ਕਿ ਇੱਕ ਮਿੱਥੀ ਹੱਦ ਤੋਂ ਕਿਤੇ ਜ਼ਿਆਦਾ ਸੀ ਬਾਹਰੋਂ ਲਿਆਂਦਾ। ਕਈ ਕਿਸਮ ਦੇ ਦੋਸ਼ ਆ, ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਅੱਜ ਛਾਪੇਮਾਰੀ ਜਿਹੜੀ ਹੋਈ ਆ ਇੱਕੋ ਦਿਨ ਕਿਉਂ ਹੋਈ ਆ। ਹੁਣ ਦੂਜੀ ਗੱਲ ਜਿਹੜੀ ਹੈ ਉਹ ਵਿੱਚੋਂ ਇਹ ਨਿਕਲ ਕੇ ਆਉਂਦੀ ਪਈ ਆ ਕਿ ਇਹ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਦੋਵੇਂ ਜਿਹੜੇ ਦੁੱਧ ਧੋਤੇ ਆ, ਦੋਵੇਂ ਘਰ ਆ ਜਿਹੜੇ ਬਿਲਕੁਲ ਬਿਦਾਗ ਆ। 100 ਕਿਸਮ ਦੇ ਇਹਨਾਂ ਤੇ ਦਾਗ ਲੱਗਦੇ ਆਏ ਆ। ਪਰ ਸਭ ਤੋਂ ਵੱਡਾ ਮਸਲਾ ਕਿ ਇਹ ਹੋਣੀ ਕਿਉਂ, ਕਿਉਂਕਿ ਇਹ ਦੋਸ਼ ਪ੍ਰਤੀਦੋਸ਼ ਦਾ ਸਿਲਸਿਲਾ ਤੇ ਬਹੁਤ ਲੰਮੇ ਸਮੇਂ ਤੋਂ ਚੱਲਦਾ ਪਿਆ। ਪੀ ਚਿਦੰਬਰਮ ਦੇ ਖਿਲਾਫ ਤੇ ਇਨਕੁਆਇਰੀ ਵੀ ਚੱਲਦੀ ਪਈ ਹੈ। ਇਹ ਕਾਤੋਂ ਕਾਫੀਆ ਕੱਸਿਆ ਜਾ ਰਿਹਾ। ਸੋ ਇੱਥੋਂ ਤੱਕ ਜੇ ਪਹੁੰਚ ਕੇ ਆਪਾਂ ਸਿੱਟਾ ਕੱਢੀਏ ਹਾਲ ਦੀ ਘੜੀ, ਤੇ ਲੱਗਦਾ ਇਹ ਆ ਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਜਿਹੜੀ ਰਾਸ਼ਟਰਪਤੀ ਦੀ ਚੋਣ ਬਿਲਕੁਲ ਬਨੇਰੇ ਤੇ ਆ ਕੇ ਬੈਠੀ ਹੈ। ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਇਸ ਤਰ੍ਹਾਂ ਦੀ ਇੱਕ ਰਣਨੀਤਿਕ ਖੇਡ ਖੇਡਣ ਲੱਗਦਾ ਜਾਪਦਾ
ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਕੋਲ ਹਾਲੇ ਵੀ ਰਾਸ਼ਟਰਪਤੀ ਬਣਾਉਣ ਲਈ 14,000 ਵੋਟਾਂ ਥੁੜਦੀਆਂ ਪਈਆਂ, ਤਾਂ ਉਸ ਸੂਰਤ ਦੇ ਵਿੱਚ ਇਹੋ ਜਿਹੀ ਭੰਨ-ਘੜ ਇਹ ਕਰਨ ਦੇ ਮਾਹਰ ਆ ਤੇ ਇਹੋ ਜਿਹੀ ਭੰਨ-ਘੜ ਸ਼ਾਇਦ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਬਹੁਤ ਸਖਤ ਇੱਕ ਮੁਕਾਬਲੇਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਵਿਰੋਧੀ ਧਿਰ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਹ ਇੱਕਮਿਕ ਹੋ ਗਈ ਆ। ਲਗਭਗ ਪੌਣਾ ਘੰਟਾ ਬੀਬੀ ਸੋਨੀਆ ਗਾਂਧੀ ਤੇ ਬੀਬੀ ਮਮਤਾ ਬੈਨਰਜੀ ਨੇ ਅੱਜ ਹੀ ਮੁਲਾਕਾਤ ਕੀਤੀ ਹੈ। ਕੇਜਰੀਵਾਲ ਵੀ ਕੱਲ ਨੂੰ ਇਹਨਾਂ ਦੀ ਮੁਲਾਕਾਤ 'ਚ ਸ਼ਾਮਲ ਹੋਣ ਜਾ ਰਿਹਾ। ਸੋ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਇੱਥੇ ਮੁਕਾਬਲਾ ਜਿਹੜਾ ਉਹ ਵੇਖਣ ਨੂੰ ਮਿਲੇਗਾ, ਚਾਹੇ ਇੱਕ ਪਾਸੇ ਕੇਂਦਰੀ ਏਜੰਸੀਆਂ ਤੇ ਕੇਂਦਰ ਹੋਵੇ, ਦੂਜੇ ਪਾਸੇ ਉਹ ਲੋਕ ਹੋਣ ਜਿਹੜੇ ਹਾਲੇ ਕੇਂਦਰ ਦੇ ਵਿੱਚ ਆਉਣ ਦੇ ਸੁਪਨੇ ਦੇਖਦੇ ਪਏ, ਪਰ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਉਹ ਚਟਾਨ ਬਣ ਕੇ ਖੜਨਾ ਹੁਣ ਕਹਿ ਲਈਏ ਕਿ ਉਹਨਾਂ ਦੀ ਲੋਚਾ ਵੀ ਹੈ, ਮਜਬੂਰੀ ਵੀ ਹੈ, ਕਿਉਂਕਿ ਜੇ ਕੱਲਾ ਕੱਲਾ ਇਸ ਤਰ੍ਹਾਂ ਅੱਡੋ ਅੱਡ ਰਹੇ ਤੇ ਹੋ ਸਕਦਾ ਆਸਾਨੀ ਨਾਲ ਸ਼ਿਕਾਰ ਹੋ ਜਾਣ। ਜੀ ਬਿਲਕੁਲ, ਨਿਸ਼ਾਨਾ ਤਾਂ ਇਹਨਾਂ ਦਾ ਹੋਰ ਪਾਸੇ ਗਿਆ। ਤਾਂ ਅੱਗੇ ਆਪਾਂ ਇੱਕ ਨੌਜਵਾਨ ਨਜੀਬ ਸੀ, ਲਾਪਤਾ ਹੋ ਗਿਆ, ਮੁਸਲਿਮ ਨੌਜਵਾਨ ਸੀ, ਉਸਦੀ ਜੇ ਗੱਲ ਕਰੀਏ ਤਾਂ ਉਸ ਦੇ ਮਾਮਲੇ ਦੀ ਪੜਤਾਲ CBI ਨੂੰ ਦਿੱਤੀ। ਦੇਖੋ, ਇਹ ਭਾਰਤ ਦੀ ਤਸਵੀਰ ਦਾ ਇੱਕ ਦੁਖਦ ਪਹਿਲੂ ਆ ਕਿ ਇੱਥੇ ਕਿਸੇ ਗਰੀਬ ਦਾ ਪੁੱਤ ਲਾਪਤਾ ਹੋ ਜਾਵੇ ਤਾਂ ਪੁਲਿਸ ਵਾਲੇ ਰਿਸ਼ਵਤ ਤੋਂ ਬਗੈਰ ਪਰਚਾ ਨਹੀਂ ਲਿਖਦੇ, ਤੇ ਜੇ ਕਿਸੇ ਅਮੀਰ ਦੀ ਮੱਝ ਵੀ ਖੁੱਲ ਜਾਵੇ ਤਾਂ ਪੁਲਿਸ ਵਾਲੇ ਬੀਵੀਆਂ ਨੂੰ ਫੋਨ ਕਰਕੇ ਆਖ ਦਿੰਦੇ ਕਿ ਅੱਜ ਰਾਤ ਦਾ ਆਟਾ ਨਾ ਪਕਾਇਓ, ਆਟਾ ਨਾ ਗੁੰਨਿਓ, ਕਿਉਂਕਿ ਅਸੀਂ VIP ਡਿਊਟੀ ਤੇ ਆ। ਤੇ ਜਦੋਂ ਕਿਸੇ ਦੀ ਮੱਝ, ਕਿਸੇ VIP ਦੀ ਮੱਝ ਹੀ ਖੁੱਲ ਜਾਂਦੀ ਹੈ ਤੇ ਫਿਰ ਇਹ ਆਪ ਖੁੱਲੇ ਫਿਰਦੇ ਸਾਰੀ ਰਾਤ। ਇੱਥੇ ਜਿਹੜੇ ਮਾਵਾਂ ਦੇ ਪੁੱਤ ਲਾਪਤਾ ਹੋ ਜਾਂਦੇ ਆ ਉਹਨਾਂ ਦਾ ਕੋਈ ਇਸ਼ਤਿਹਾਰ ਨਹੀਂ ਛਾਪਦਾ, ਕਿਉਂਕਿ ਨਾ ਹੀ ਉਹਨਾਂ ਕੋਲ ਪੈਸੇ ਹੁੰਦੇ ਆ, ਤੇ ਜਿਹੜੇ ਅਮੀਰ ਆ ਉਹਨਾਂ ਦਾ ਕੁੱਤਾ ਵੀ ਗੁੰਮ ਹੋ ਜਾਵੇ ਤੇ ਅਖਬਾਰ ਦੇ ਫਰੰਟ ਪੇਜ ਤੇ ਉਹਦੀ ਫੋਟੋ ਲੱਗ ਜਾਂਦੀ ਹੈ। ਇਸ ਭਾਰਤ ਦਾ ਇਹ ਇੱਕ ਤਸਵੀਰ ਦਾ ਰੰਗ ਆ। ਦੂਜੇ ਪਾਸੇ ਜੇ ਨਜ਼ੀਬ ਦੀ ਗੱਲ ਕਰੀਏ, ਨਜ਼ੀਬ ਬਹੁਤ ਹੀ ਇੰਟੈਲੀਜੈਂਟ ਮੁੰਡਾ ਸੀਗਾ, ਮੁਸਲਿਮ ਪਰਿਵਾਰ ਦੇ ਵਿੱਚੋਂ ਸੀ, UP ਦਾ ਰਹਿਣ ਵਾਲਾ ਸੀ, JNU ਦੇ ਵਿੱਚ ਪੜ੍ਹਦਾ ਸੀਗਾ। ਹੋਇਆ ਕੀ ਸੀਗਾ ਕਿ ਇਹਦਾ ਝਗੜਾ ਹੋਇਆ ਸੀ ABVP ਵਾਲਿਆਂ ਦੇ ਨਾਲ। ਇਹਨੇ ਘਰੇ ਟੈਲੀਫੋਨ ਵੀ ਕੀਤਾ, ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਕੁੱਟਿਆ ਮਾਰਿਆ ਤੇ ਇਸ ਸਮੇਂ ਮੈਂ ਹਸਪਤਾਲ ਦੇ ਵਿੱਚ ਆ ਤੇ ਮੈਨੂੰ ਤੇਰੀ ਜ਼ਰੂਰਤ ਮਹਿਸੂਸ ਹੁੰਦੀ ਹੈ, ਤੂੰ ਇੱਕ ਵਾਰੀ ਆ ਕੇ ਮੈਨੂੰ ਮਿਲ ਜਾ। ਇਹ ਤੜਕੇ ਨੇ 5 ਵਜੇ ਟੈਲੀਫੋਨ ਕੀਤਾ। ਮਾਂ ਉੱਥੋਂ ਅਬੜਵਾਏ ਭੱਜੀ ਆ, 11 ਵਜੇ ਹੋਸਟਲ ਪਹੁੰਚੀ। ਉਹ ਹੋਸਟਲ 'ਚ ਮੁੰਡਾ ਦਿਖਾਈ ਨਹੀਂ ਦਿੱਤਾ, ਸਿਰਫ ਤੇ ਸਿਰਫ ਉਹਦੀਆਂ ਉੱਥੇ ਚੱਪਲਾਂ ਪਈਆਂ ਸੀ। ਉਸ ਤੋਂ ਬਾਅਦ ਨਜ਼ੀਬ ਦਾ ਪਤਾ ਹੀ ਨਹੀਂ ਲੱਗਿਆ ਨਜ਼ੀਬ ਕਿੱਥੇ ਚਲਾ ਗਿਆ। ਹਾਲਾਂਕਿ ABVP ਵਾਲਿਆਂ ਤੇ ਦੋਸ਼ ਲੱਗਿਆ, ABVP ਵਾਲਿਆਂ ਨੇ ਸਫਾਈ ਦਿੱਤੀ ਕਿ ਨਹੀਂ ਜੀ, ਸਾਡਾ ਇਹਦੇ 'ਚ ਕੋਈ ਹੱਥ ਨਹੀਂ। ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਪਹਿਲਾਂ ਗੰਭੀਰਤਾ ਨਾਲ ਲਿਆ ਹੀ ਨਹੀਂ, ਇੱਥੋਂ ਤੱਕ ਕਿ ਨਜ਼ੀਬ ਦੀ ਮਾਂ ਤੇ ਭੈਣ ਨੂੰ ਕਈ ਦਿਨ ਉਸ ਦਿੱਲੀ ਦੀਆਂ ਸੜਕਾਂ ਤੇ ਆਪਣੇ ਆਪ ਨੂੰ ਖਪਾਉਣਾ ਪਿਆ, ਜਿਨ੍ਹਾਂ ਸੜਕਾਂ ਤੇ ਨਜ਼ੀਬ ਕਦੇ ਤੁਰਦਾ ਫਿਰਦਾ ਇਹ ਸੁਪਨੇ ਦੇਖਦਾ ਸੀਗਾ ਕਿ ਇੱਥੋਂ ਪੜ੍ਹ ਕੇ ਉਹ ਬਹੁਤ ਵੱਡਾ ਆਦਮੀ ਬਣ ਕੇ ਨਿਕਲੇਗਾ। ਸੋ ਜਦੋਂ ਇਹ ਮਾਮਲਾ ਕਿਸੇ ਪਾਸੇ ਨਾ ਲੱਗਾ ਤੇ ਫਿਰ ਹਾਰ ਕੇ ਨਜ਼ੀਬ ਦੀ ਮਾਤਾ ਹਾਈ ਕੋਰਟ 'ਚ ਚਲੇ ਗਈ। ਹਾਈ ਕੋਰਟ 'ਚ ਦਿੱਲੀ ਪੁਲਿਸ ਨੇ ਆਖਿਆ ਜੀ ਅਸੀਂ ਬੜੀ ਸ਼ਿੱਦਤ ਦੇ ਨਾਲ ਭਾਲ ਕੀਤੀ ਆ, ਪਰ ਅਫਸੋਸ ਦੀ ਗੱਲ ਆ ਕਿ ਸਾਨੂੰ ਸਫਲਤਾ ਹਾਸਲ ਨਹੀਂ ਹੋ ਸਕੀ। ਜਦੋਂ ਉਹਨਾਂ ਨੇ ਹਾਈ ਕੋਰਟ ਵਾਲਿਆਂ ਨੇ ਇਹ ਦਲੀਲਾਂ ਕਸੀਆਂ ਪਿੱਟੀਆਂ ਜੀਆਂ, ਜਿਹੜੀਆਂ ਰਵਾਇਤੀ ਦਲੀਲਾਂ ਪੁਲਿਸ ਦੀਆਂ ਦੇਖੀਆਂ, ਉਹਨਾਂ ਨੇ ਫਿਰ ਅੱਜ ਇਹ ਫੈਸਲਾ ਕੀਤਾ ਕਿ ਤੁਹਾਡੇ ਤੋਂ ਮਸਲਾ ਹੱਲ ਨਹੀਂ ਹੋਣਾ, ਅਸੀਂ ਇਸ ਜਾਂਚ ਪੜਤਾਲ ਨੂੰ CBI ਦੇ ਹਵਾਲੇ ਕਰਦੇ ਪਏ ਹਾਂ। ਸੋ ਅੱਜ ਤੋਂ ਇਹ ਕੇਸ ਹੈ ਜਿਹੜਾ ਉਹ CBI ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਦਿੱਲੀ ਪੁਲਿਸ ਨੇ ਇਹ ਗੱਲ ਕਹੀ ਹੈ, ਉਹਨਾਂ ਕਿਹਾ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਿਹੜੀ ਵੀ ਕੇਂਦਰੀ ਏਜੰਸੀ ਤੋਂ ਜਾਂਚ ਪੜਤਾਲ ਕਰਵਾਉਣੀ ਹੈ ਸੋ ਕਰਵਾ ਲਓ। ਸੋ ਇੱਥੇ ਇੱਕ ਚੀਜ਼ ਜਿਹੜੀ ਦਿੱਲੀ ਪੁਲਿਸ ਦੀ ਉਹ ਹਮੇਸ਼ਾ ਰੜਕਦੀ ਹੈ ਕਿ ਦੇਖੋ, ਜਿਹੜਾ ਇਹ ਪਰਿਵਾਰ ਸੀ ਉਹ ਸ਼ੁਰੂ ਦੇ ਵਿੱਚ ਹੀ ਕਹਿੰਦਾ ਰਿਹਾ ਕਿ ਜਿਨ੍ਹਾਂ ਦੇ ਨਾਲ ਉਹਦਾ ਲੜਾਈ ਝਗੜਾ ਹੋਇਆ ਸੀ, ਘੱਟੋ ਘੱਟ ਉਹਨਾਂ ਨੂੰ ਇੱਕ ਵਾਰੀ ਡਿਟੇਨ ਤੇ ਕਰੋ, ਉਹਨਾਂ ਨੂੰ ਪੁੱਛਣ ਲਈ ਥਾਣੇ ਤੇ ਸੱਦੋ। ਕਈ ਹਫ਼ਤੇ ਇਸੇ ਗੱਲ ਦੇ ਵਿੱਚ, ਇਸੇ ਮੰਗਦਿਆਂ ਦੇ ਵਿੱਚ ਲੰਘ ਗਏ, ਪੁਲਿਸ ਨੇ ਉਹਨਾਂ ਨੂੰ ਸੱਦਿਆ ਹੀ ਨਹੀਂ, ਬੁਲਾਇਆ ਨਹੀਂ। ਜੇ ਸੱਦਿਆ ਬੁਲਾਇਆ ਤੇ ਬਹੁਤ ਆਰਜ਼ੀ ਜੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ, ਕਿਉਂਕਿ ਉਹ ਸਾਰੇ ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਸਾਖ ਨਾਲ ਜੁੜੇ ਹੋਏ ਸਨ। ਸੋ ਇਹ ਚੀਜ਼ਾਂ ਜਿਹੜੀਆਂ ਉਹ ਇਸ ਮਾਮਲੇ ਨੂੰ ਤਕਰੀਬਨ ਸ਼ੱਕੀ ਬਣਾਉਂਦੀਆਂ, ਔਰ ਹੁਣ ਤੇ ਸ਼ੱਕ ਇਸ ਹੱਦ ਤੱਕ ਵੀ ਜਾਂਦਾ ਕਿ ਕੀ ਨਜ਼ੀਬ ਜਿੰਦਾ ਵੀ ਹੈ ਜਾਂ ਨਹੀਂ। ਹੁਣ CBI ਇਹੋ ਜਿਹੇ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਨਜਿੱਠਦੀ ਹੈ, ਸਮਾਂ ਦੱਸੇਗਾ। ਪਰ CBI ਵੀ ਇੱਕ ਖਾਨਾ ਪੂਰਤੀ ਜੀ ਇਸ ਮੁਲਕ ਦੇ ਵਿੱਚ ਬਣ ਕੇ ਰਹਿ ਗਈ ਹੈ, ਕਿਉਂਕਿ ਸਾਡੇ ਇੱਥੇ ਬਰਗਾੜੀ ਵਾਲਾ ਇੱਕ ਮਾਮਲਾ, ਮੇਰੇ ਖਿਆਲ ਦੇ ਨਾਲ 2 ਮਾਮਲੇ ਸ਼ਾਇਦ CBI ਦੇ ਹਵਾਲੇ ਕੀਤੇ ਗਏ ਸਨ। ਉਹਨਾਂ ਦੋਨਾਂ ਦੇ ਵਿੱਚ ਨਤੀਜਾ ਕੀ ਹੈ? ਨਤੀਜਾ ਅੱਜ ਵੀ 0 ਹੈ। ਸੋ ਉਮੀਦ ਕਰਦੇ ਹਾਂ ਕਿ ਇੱਥੇ ਨਤੀਜਾ 0 ਨਹੀਂ ਰਹੇਗਾ, ਕਿਉਂਕਿ
ਇੱਕ ਮਾਂ ਦੀ ਗੋਦ ਦੇ ਵਿੱਚੋਂ ਪੁੱਤ ਨਿਖੜਿਆ। ਹੋ ਸਕਦਾ ਕਿ CBI ਕੋਈ ਹੀਲਾ ਕਰਕੇ ਉਸ ਪੁੱਤ ਨੂੰ ਵਾਪਸ ਮਾਂ ਦੀ ਗੋਦ 'ਚ ਲੈ ਆਵੇ। ਬਿਲਕੁਲ ਜੀ, ਜਿਹੜੇ ਤੁਸੀਂ ਖਦਸ਼ੇ ਪੈਦਾ ਕੀਤੇ ਆ ਉਹ ਪਤਾ ਨਹੀਂ ਉਸ ਦਾ ਕੀ ਬਣੂਗਾ। ਅੱਗੇ ਆਪਾਂ ਗੱਲ ਕਰੀਏ ਚਟਾਲੇ ਦੀ। 82 ਸਾਲ ਦੀ ਉਮਰ ਦੇ ਵਿੱਚ 12ਵੀਂ ਪਾਸ ਕੀਤੀ, ਉਹ ਵੀ ਜੇਲ੍ਹ 'ਚੋਂ। ਆਮ ਤੌਰ ਤੇ ਕਿਹਾ ਜਾਂਦਾ ਕਿ ਬੁੱਢੇ ਬਾਰੇ ਠਾਕਰ ਦੁਆਰੇ, ਪਰ ਚੌਟਾਲਾ ਬੁੱਢੇ ਬਾਰੇ ਜੇਲ੍ਹ ਦੁਆਰੇ ਪਹੁੰਚ ਗਿਆ। ਪਰ ਇਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ। ਉਹ ਆਂਦੇ ਹੁੰਦੇ ਨਾ ਕਿ ਹੱਥੀ ਕਰੀਆਂ ਕਰਤੂਤਾਂ ਦੇ ਡੰਨ ਭਰਦੇ ਆ, ਸੱਜਣਾ ਵਾਲੀ ਗੱਲ ਆ। ਹੁਣ ਇਹ ਚੌਟਾਲਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ, ਕਿਉਂਕਿ ਟੀਚਰ ਘੁਟਾਲਾ ਕੀਤਾ ਸੀ, ਇਸ ਕਰਕੇ ਚੌਟਾਲਾ ਆਪ ਤੇ ਗਿਆ ਹੀ ਗਿਆ। ਨਾਲ ਜਿਹੜਾ ਮਿੰਨੀ ਚੌਟਾਲਾ ਜਿਹੜਾ ਇਹਦਾ ਮੁੰਡਾ ਸੀਗਾ, ਉਹਨੂੰ ਵੀ ਲੈ ਗਿਆ। 10-10 ਸਾਲ ਦੀ ਕੈਦ ਹੋਈ ਇਹਨਾਂ ਨੂੰ। ਕਿਸੇ ਸਮੇਂ ਤੂਤੀ ਬੋਲਦੀ ਸੀ ਹਰਿਆਣੇ ਦੀ ਜਿਹੜੀ ਕਹਿ ਲਈਏ ਕਿ ਕੀੜੀ ਵੀ ਸੀ, ਉਹ ਵੀ ਇਹਨਾਂ ਤੋਂ ਪੁੱਛ ਕੇ ਰੇਂਗਦੀ ਹੁੰਦੀ ਸੀ। ਪੱਤਾ ਵੀ ਹੈ ਜਿਹੜਾ ਝੂਲਦਾ ਹੁੰਦਾ ਸੀ, ਇਹਨਾਂ ਤੋਂ ਪੁੱਛ ਕੇ ਝੂਲਦਾ ਹੁੰਦਾ ਸੀ। ਪਰ ਸਮੇਂ ਦਾ ਫੇਰ ਆ ਕਿ ਅੱਜ ਇਹ ਪਰਿਵਾਰ ਹੈ ਜਿਹੜਾ ਹਾਸ਼ੀਆਗ੍ਰਸਤ ਆ, ਸਿਆਸੀ ਸਫਾ ਦੇ ਵਿੱਚੋਂ ਵੀ, ਸੱਤਾ ਦੇ ਵਿੱਚੋਂ ਵੀ। ਔਰ ਜੇ ਵੇਖੀਏ ਤੇ ਉਂਝ ਵੀ ਪਰਿਵਾਰ ਹੈ ਜਿਹੜਾ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਵਿੱਚ ਘਿਰਿਆ, ਖਾਸ ਤੌਰ ਤੇ ਇਸ ਮੁਕੱਦਮੇ ਤੋਂ ਬਾਅਦ। ਹੁਣ ਚੌਟਾਲਾ ਸਾਹਿਬ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਬੈਠੇ ਆ। ਹਾਲਾਂਕਿ ਉਹਨਾਂ ਦੇ ਜਿਹੜੇ ਭਾਈ ਸਾਹਿਬ ਇੱਧਰ ਪੰਜਾਬ ਦੇ ਵਿੱਚ ਬੈਠੇ ਆ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ। ਬਠਿੰਡੇ ਦੀ ਇੱਕ ਬੈਰਕ ਨੂੰ ਰੰਗ ਰੋਗਨ ਵੀ ਕਰਵਾ ਦਿੱਤਾ ਗਿਆ ਸੀਗਾ। ਤਿਆਰੀ ਇਹ ਬਿਲਕੁਲ ਕਰ ਲਈ ਗਈ ਸੀ ਕਿ ਚੌਟਾਲੇ ਨੂੰ ਇੱਥੇ ਲੈ ਆਉਣਾ, ਦਿੱਲੀ ਤੋਂ ਚੌਟਾਲਾ ਇੱਥੇ ਬਠਿੰਡੇ ਸ਼ਿਫਟ ਕਰ ਲਿਆ ਜਾਣਾ। ਪਰ ਬਾਅਦ ਦੇ ਵਿੱਚ ਦਿੱਲੀ ਸਰਕਾਰ ਨੇ, ਦਿੱਲੀ ਪ੍ਰਸ਼ਾਸਨ ਨੇ ਉਸਦੀ ਇਜਾਜ਼ਤ ਨਹੀਂ ਦਿੱਤੀ ਤੇ ਫਿਰ ਰੰਗੀਆਂ ਰੰਗਾਈਆਂ ਰਹਿ ਗਈਆਂ, ਪੱਗ ਨਾਲ ਦੀਆਂ ਚੁੰਨੀਆਂ, ਸਾਰਾ ਕੁਛ ਵਿੱਚ ਹੀ ਰਹਿ ਗਿਆ। ਪਰ ਚੌਟਾਲਾ ਉੱਥੇ ਤਿਹਾੜ ਜੇਲ੍ਹ ਦੇ ਵਿੱਚ ਰਹਿੰਦਿਆਂ ਵੀ ਵਕਤ ਕ ਵਕਤ ਫੇਰਾ ਪਾ ਜਾਂਦਾ ਤੇ ਗਾਏ ਬਗਾਏ ਚੋਣ ਪ੍ਰਚਾਰ ਵੀ ਕਰ ਜਾਂਦਾ। ਸਿਆਸਤ ਨਾਲ ਜੁੜੀਆਂ ਸਰਗਰਮੀਆਂ ਵੀ ਉਹ ਅੰਜਾਮ ਦੇ ਜਾਂਦਾ ਜਦੋਂ ਵੀ ਛੁੱਟੀ ਆਉਂਦਾ। ਐਤਕੀ ਹੁਣ ਉਹਦੇ ਬਾਰੇ ਖਬਰ ਆ ਰਹੀ ਹੈ ਕਿ ਚੌਟਾਲਾ ਸਾਹਿਬ ਨੇ ਉੱਥੇ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। 82 ਸਾਲ ਦੀ ਉਮਰ ਦੇ ਵਿੱਚ ਚੌਟਾਲੇ ਨੇ 12ਵੀਂ ਦੀ ਪ੍ਰੀਖਿਆ ਜਿਹੜੀ ਪਾਸ ਕਰ ਲਈ ਹੈ। ਇਹ ਪ੍ਰੀਖਿਆ ਉਹਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਤੋਂ ਚੰਗੇ ਨੰਬਰਾਂ ਨਾਲ, ਜਾਂ ਕਹਿ ਲਈਏ ਅਵਲ ਦਰਜੇ ਦੇ ਵਿੱਚ ਪਾਸ ਕੀਤੀ ਹੈ। ਹੁਣ ਚੌਟਾਲਾ ਜਿਹੜਾ ਉਹ ਇੱਥੇ ਹੀ ਬੱਸ ਨਹੀਂ ਕਰਦਾ ਪਿਆ। ਓਮ ਪ੍ਰਕਾਸ਼ ਚੌਟਾਲੇ ਦਾ ਅਗਲਾ ਜਿਹੜਾ ਟਾਰਗੇਟ ਹੈ ਉਹ ਹੈ ਗ੍ਰੈਜੂਏਸ਼ਨ ਕਰਨਾ। ਹੁਣ ਉਹਨੇ ਕਿਤਾਬਾਂ ਵੀ ਮੰਗਾ ਲਈਆਂ। ਅੱਜ ਉਹਦੇ ਪੋਤਰੇ ਨੇ ਜਾਣਕਾਰੀ ਦਿੱਤੀ ਹੈ, ਉਹ ਕਹਿੰਦਾ ਕਿ ਬਾਪੂ ਜੀ ਨੇ ਕਿਤਾਬਾਂ ਮੰਗਾ ਲਈਆਂ ਤੇ ਉਹ ਕਹਿੰਦਾ ਕਿ ਛੱਡੂਗਾ ਹੁਣ BA ਕਰਕੇ ਮੈਂ। ਤੇ ਜਿਸ ਤਰ੍ਹਾਂ ਦੀ ਬਾਪੂ ਜੀ ਦੀ ਲੱਗਣ ਹੈ, ਉਹ ਕਹਿੰਦਾ ਕਿ BA ਤੇ ਬਸ ਉਹਨੇ ਐਵੇਂ ਹੀ ਕਰ ਜਾਣੀ ਹੈ। ਹੁਣ ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਚੌਟਾਲੇ ਨੇ ਇਸ ਉਮਰ ਦੇ ਵਿੱਚ ਇਹ ਗਿਆਨ ਹਾਸਲ ਕਰਨ ਲਈ ਪੜ੍ਹਾਈ ਸ਼ੁਰੂ ਕੀਤੀ ਹੈ, ਜਾਂ ਕੋਈ ਦਬਿਆ ਸ਼ੌਂਕ ਜਾਗ ਪਿਆ। ਕਿਉਂਕਿ ਵੈਸੇ ਕਿਹਾ ਜਾਂਦਾ ਕਿ ਇੱਥੇ ਤਾਲੀਮ ਦੀ ਨਾ ਕੋਈ ਹੱਦ ਹੁੰਦੀ ਹੈ ਤੇ ਨਾ ਹਾਸਲ ਕਰਨ ਦੀ ਕੋਈ ਉਮਰ ਸੀਮਾ ਹੁੰਦੀ ਹੈ। ਪਰ ਇਹ ਸਮਝ ਤੋਂ ਪਰੇ ਦੀ ਗੱਲ ਹੈ ਕਿ ਚੌਟਾਲੇ ਨੇ ਜੇਲ੍ਹ ਦੇ ਵਿੱਚ 80-82 ਸਾਲ ਦੀ ਉਮਰ 'ਚ ਜਾ ਕੇ ਇਹ ਪੜ੍ਹਾਈ ਕਿਉਂ ਸ਼ੁਰੂ ਕੀਤੀ। ਜਦੋਂ ਇਸ ਸਵਾਲ ਨੂੰ ਥੋੜ੍ਹਾ ਜਿਹਾ ਆਪਾਂ ਚਿੱਥਦੇ ਹਾਂ ਤਾਂ ਫਿਰ ਇਹ ਲੱਗਦਾ, ਇਸ ਤਰ੍ਹਾਂ ਜਾਪਦਾ ਕਿ ਹਰਿਆਣੇ ਦੇ ਵਿੱਚ ਜਿੱਦਾਂ ਅੱਗੇ ਅਸੀਂ ਵੇਖਿਆ ਸੀਗਾ ਪੰਚਾਇਤੀ ਚੋਣਾਂ ਦੇ ਦੌਰਾਨ ਇਹਨਾਂ ਨੇ ਵਿਦਿਅਕ ਯੋਗਤਾ ਰੱਖਤੀ ਸੀ ਉਮੀਦਵਾਰਾਂ ਵਾਸਤੇ। ਉੱਥੇ ਚਰਚਾ ਇਹ ਸੁਣੀਦਾ ਕਿ ਜਿਹੜੀਆਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਕ੍ਰਾਈਟੇਰੀਆ ਜਿਹੜਾ ਉਹ ਬਣਾਇਆ ਜਾ ਸਕਦਾ, ਯੋਗਤਾ ਮਿੱਥੀ ਜਾ ਸਕਦੀ ਹੈ ਵਿਧਾਨ ਘਰ ਬਣਨ ਲਈ, ਜਾਂ +2 ਜਾਂ BA, ਇਸ ਤਰ੍ਹਾਂ ਦੀ ਯੋਗਤਾ ਰੱਖੀ ਜਾ ਸਕਦੀ ਹੈ। ਤੇ ਓਮ ਪ੍ਰਕਾਸ਼ ਚੌਟਾਲਾ ਐਤਕੀ ਸੁਪਨਾ ਵੇਖਦਾ ਕਿ ਸਜ਼ਾ ਜਿਹੜੀ ਉਹ ਲਗਭਗ ਅੱਧੀ ਪਚੱਧੀ ਹੋਈ ਪਈ ਹੈ, ਜ਼ਮਾਨਤ ਲਾ ਕੇ ਸ਼ਾਇਦ ਗੱਲ ਬਣ ਜਾਵੇ। ਪਰ ਉਹ ਜਿਹੜੀ ਉਹਨੇ ਚੋਣ ਲੜਨੀ ਹੈ, ਉਹ ਚੋਣ ਗਾਂ ਜਦੋਂ ਵੀ ਕਿਤੇ ਲੜਨੀ ਹੈ ਤਾਂ ਹੋ ਸਕਦਾ ਕਿ ਉਹ ਜਿਹੜੀ ਯੋਗਤਾ ਹੱਦ ਮਿੱਥੀ ਜਾਵੇ ਤੇ ਉਹ ਵਿੱਚ ਆ ਜਾਵੇ ਆੜੇ। ਸੋ ਇਸ ਕਰਕੇ ਲੱਗਦਾ ਹੈ ਕਿ ਉਹ ਕੰਮ ਕੀਤਾ ਜਾ ਰਿਹਾ ਸ਼ਾਇਦ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਹੱਦ ਹੋਏਗੀ ਗ੍ਰੈਜੂਏਸ਼ਨ ਦੀ ਜਾਂ +2 ਦੀ, ਉਹ ਪਾਰ ਕਰ ਲਈ ਜਾਵੇ। ਪਰ ਇਹਦੇ ਵਿੱਚ ਦੂਜੀ ਚੀਜ਼ ਵੀ ਆ ਕਿ ਕਿਉਂਕਿ ਇਹਨੂੰ ਸਜ਼ਾ ਹੋ ਗਈ ਆ, ਸਜ਼ਾ ਜਿਹਨੂੰ ਹੋ ਜਾਵੇ ਉਹ 6 ਸਾਲ ਤੱਕ ਇਲੈਕਸ਼ਨ ਲੜ ਨਹੀਂ ਸਕਦਾ। ਜਦੋਂ ਬਾਹਰ ਆਏਗਾ ਉਸ ਤੋਂ ਬਾਅਦ ਵੀ 6 ਸਾਲ ਇਹਨੂੰ ਇੰਤਜ਼ਾਰ ਕਰਨਾ ਪਵੇਗਾ। ਉਦੋਂ ਬਾਪੂ ਦੀ ਉਮਰ ਬਹੁਤ ਹੋ ਜਾਣੀ ਆ। ਪਰ ਸਮਝ ਤੋਂ ਪਰੇ ਦੀ ਗੱਲ ਆ ਕਿ ਪੜ੍ਹਾਈ ਕਿਉਂ ਸ਼ੁਰੂ ਕੀਤੀ ਹੈ, ਇਸ ਪੜ੍ਹਾਈ ਪਿੱਛੇ ਮੰਤਵ ਕੀ ਹੈ। ਪਰ ਹਾਲ ਦੀ ਘੜੀ ਸਿਰਫ ਇੰਨਾ ਕਿਹਾ ਜਾ ਸਕਦਾ ਕਿ ਓਮ ਪ੍ਰਕਾਸ਼ ਚੌਟਾਲਾ ਨੇ ਉੱਥੇ ਆਪਣਾ ਸਮਾਂ ਜਿਹੜਾ ਉਹ ਅਜਾਈ ਨਹੀਂ ਗਵਾਇਆ, ਕਿਸੇ ਲੇਖੇ ਲਾਇਆ। ਘੱਟੋ ਘੱਟ 12ਵੀਂ ਪਾਸ ਕਰ ਗਿਆ, ਗ੍ਰੈਜੂਏਸ਼ਨ ਵੀ ਕਰ ਜੇਗਾ। ਲੋਕੀ ਕਹਿੰਦੇ ਕਿ ਨਾ ਵੀ ਚੋਣ ਲੜੇ ਖਸਮਾਂ ਦਾ ਸਿਰ ਖਾਏ, ਇਹਨੂੰ
ਅਧਿਆਪਕ ਭਰਤੀ ਕਰਨ ਦਾ ਵਾਹਵਾ ਤਜਰਬਾ ਹੈ। ਹੋ ਸਕਦਾ ਆਉਣ ਵਾਲੇ ਸਮੇਂ 'ਚ ਕਿਤੇ ਅਧਿਆਪਕ ਹੀ ਲੱਗ ਜਾਏ ਕਿਸੇ ਸਕੂਲ 'ਚ ਆ ਕੇ। ਕੋਈ ਪਤਾ ਨਹੀਂ ਜੀ, ਘਟਾਲੇ ਤਾਂ ਬਹੁਤ, ਪਰ ਲੱਗਦਾ PhD ਕਰਕੇ ਨਿਕਲੂਗਾ। ਤੇ ਅੱਗੇ ਆਪਾਂ ਇਟਲੀ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਕਿਰਪਾਨ ਤੇ ਪਾਬੰਦੀ ਲੱਗੀ। ਦੇਖੋ, ਬਹੁਤ ਬਹੁਤ ਮਾੜੀ ਖਬਰ ਹੈ ਉੱਥੋਂ ਦੇ ਸਿੱਖਾਂ ਲਈ। 10-12 ਹਜ਼ਾਰ ਅੰਮ੍ਰਿਤਧਾਰੀ ਸਿੱਖ ਆ ਇਟਲੀ ਦੇ ਵਿੱਚ। ਵੈਸੇ ਭਾਰਤੀਆਂ ਦੀ ਆਬਾਦੀ ਉੱਥੇ 1.25 ਲੱਖ ਦੇ ਕਰੀਬ ਦੱਸੀ ਜਾਂਦੀ ਹੈ, ਜਿਹਦੇ ਚੋਂ 10-12 ਹਜ਼ਾਰ ਬੰਦਾ ਜਿਹੜਾ ਉਹ ਅੰਮ੍ਰਿਤਧਾਰੀ ਗੁਰਸਿੱਖ ਆ। ਉਹਨਾਂ ਦੀ ਖਬਰ ਬਹੁਤ ਵੱਡੀ ਖਬਰ ਆ, ਜਾਂ ਕਹਿ ਲਈਏ ਕਿ ਉਹਨਾਂ ਤੇ ਤਾਂ ਸਮੇਂ ਦੀ ਗਾਜ ਡਿੱਗ ਪਈ ਆ, ਔਰ ਬਹੁਤ ਬੁਰੀ ਖਬਰ ਆ। ਸੁਪਰੀਮ ਕੋਰਟ ਨੇ ਉੱਥੇ ਸ੍ਰੀ ਸਾਹਿਬ ਪਹਿਨਣ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਹੈ। ਪਰ ਕੁਛ ਲੋਕ ਅਫਵਾਹ ਇਹ ਫੈਲਾ ਰਹੇ ਆ ਕਿ ਜੋ ਇਟਲੀ ਦੇ ਵਿੱਚ ਕੁਛ ਦਿਨ ਪਹਿਲਾਂ ਕਲੈਸ਼ ਹੋਇਆ, ਝਗੜਾ ਹੋਇਆ, ਇਹ ਉਹਦਾ ਸਿੱਟਾ ਹੈ। ਦਰਅਸਲ ਇਹ ਝੂਠ ਆ, ਇਹ ਅਫਵਾਹ, ਇਹੋ ਜਿਹੀ ਕੋਈ ਗੱਲ ਨਹੀਂ। ਨਾ ਇਸ ਪਾਬੰਦੀ ਦਾ ਤਾਲੁਕ ਇਸ ਘਟਨਾ ਨਾਲ ਹੈ ਜੋ ਇਟਲੀ ਦੇ ਵਿੱਚ ਵਾਪਰੀ, ਨਾ ਹੀ ਜਰਮਨੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਨਾ ਹੀ ਤਾਲੁਕ ਇਹਦੇ ਨਾਲ ਹੈ। ਅਸਲ ਦੇ ਵਿੱਚ ਇਹ 2013 ਦਾ ਮਾਮਲਾ ਹੈ। ਉੱਥੇ ਇੱਕ ਪਿੰਡ ਦਾ ਨਾਂ ਹੈ ਸ਼ਾਇਦ ਜੈਤੋ ਪਿੰਡ ਦੇ ਵਿੱਚੋਂ ਇੱਕ ਗੁਰਸਿੱਖ ਨੂੰ ਪੁਲਿਸ ਨੇ ਅਰੈਸਟ ਕੀਤਾ ਸੀਗਾ, ਸ੍ਰੀ ਸਾਹਿਬ ਪਹਿਨੇ ਹੋਏ ਨੂੰ। ਉਹਨੂੰ 2000 ਉਧਰਲੀ ਕਰੰਸੀ ਦਾ 2000 ਪਾਉਂਡ ਜਾਂ ਡਾਲਰ ਹੈ, ਇਹਨਾਂ ਮੈਨੂੰ ਪਤਾ ਨਹੀਂ, ਉਹ $2000 ਸ਼ਾਇਦ ਉਹਨੂੰ ਜੁਰਮਾਨਾ ਕੀਤਾ ਗਿਆ। ਜੁਰਮਾਨਾ ਕਰਨ ਤੋਂ ਬਾਅਦ ਉਹਨੂੰ ਇਹ ਖੁੱਲ੍ਹ ਦਿੱਤੀ ਗਈ ਕਿ ਤੂੰ ਜੁਰਮਾਨੇ ਦੇ ਖਿਲਾਫ ਅਪੀਲ ਵੀ ਕਰ ਸਕਦਾ। ਤਾਂ ਉਹਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ ਔਰ ਆਪਣਾ ਕੇਸ ਇਸ ਆਧਾਰ ਤੇ ਲੜਿਆ ਕਿ ਇਹ ਮੇਰੇ ਧਾਰਮਿਕ ਚਿੰਨ੍ਹਾਂ ਦਾ ਮਾਮਲਾ ਹੈ, ਮੇਰੇ ਧਾਰਮਿਕ ਚਿੰਨ੍ਹ ਆ, ਮੇਰਾ ਜੀਵਨ ਦਾ ਇਹ ਅਨਿੱਖੜਵਾਂ ਅੰਗ ਆ। ਪਰ ਸੁਪਰੀਮ ਕੋਰਟ ਉੱਥੋਂ ਦੀ ਹੈ ਜਿਹੜੀ, ਉਹਨੇ ਅੱਜ ਇਹ ਸਾਰੀਆਂ ਦਲੀਲਾਂ ਰੱਦ ਕਰ ਦਿੱਤੀਆਂ। ਉਹਨੇ ਆਖਿਆ ਕਿ ਸਾਡੀ ਧਰਤੀ ਤੇ ਆ ਕੇ ਤੁਸੀਂ ਆਪਣਾ ਧਾਰਮਿਕ ਕਾਇਦਾ ਕਾਨੂੰਨ ਸਾਡੇ ਤੇ ਨਹੀਂ ਥੋਪ ਸਕਦੇ। ਜੇ ਤੁਸੀਂ ਰਹਿਣਾ ਹੈ ਤੇ ਤੁਹਾਨੂੰ ਇੱਥੋਂ ਦਾ ਕਾਇਦਾ ਕਾਨੂੰਨ ਮੰਨਣਾ ਪਊਗਾ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਨੂੰ ਨਹੀਂ ਫੋਲੋ ਕਰ ਸਕਦੇ, ਇਸ ਨੂੰ ਨਹੀਂ ਨਿਭਾ ਸਕਦੇ, ਤੇ ਆਪਣੀ ਧਰਤੀ ਤੇ ਤੁਸੀਂ ਖੁਸ਼ੀ ਮੁੜ ਸਕਦੇ ਹੋ। ਸਾਨੂੰ ਕੋਈ ਤੁਹਾਡੇ ਨਾਲ ਇਹੋ ਜਿਹਾ ਨਹੀਂ ਹੈ ਕਿ ਅਸੀਂ ਤੁਹਾਡੇ ਨਾਲ ਕੋਈ ਜ਼ਬਰਦਸਤੀ ਕਰੀਏ। ਜੇ ਤੁਸੀਂ ਰਹਿਣਾ ਤੇ ਤੁਹਾਨੂੰ ਸਾਡਾ ਕਾਇਦਾ ਕਾਨੂੰਨ ਮੰਨਣਾ ਪਊ। ਸੋ ਉਹਨਾਂ ਨੇ ਸਾਫ਼ ਕਰ ਦਿੱਤਾ। ਹੁਣ ਇੱਕ ਮਸਲਾ ਉੱਥੇ ਹੋ ਰਿਹਾ। ਮਸਲਾ ਇਹ ਹੈ ਕਿ ਇਟਲੀ ਦਾ ਜਿਹੜਾ ਵਿਧਾਨ ਆ, ਇਟਲੀ ਦਾ ਵਿਧਾਨ ਇਹੋ ਜਿਹਾ ਕਿ ਜੇ ਰਾਸ਼ਟਰਪਤੀ ਕੋਈ ਫੈਸਲਾ ਦਿੰਦਾ ਹੈ, ਸੁਪਰੀਮ ਕੋਰਟ ਉਸ ਫੈਸਲੇ ਨੂੰ ਪਲਟਣ ਦੀ ਸਮਰੱਥਾ ਰੱਖਦੀ ਹੈ। ਪਰ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਕਰ ਦਿੱਤਾ ਉਹਨੂੰ ਰਾਸ਼ਟਰਪਤੀ ਵੀ ਨਹੀਂ ਪਲਟ ਸਕਦਾ। ਇਹਦਾ ਮਤਲਬ ਆ ਕਿ ਜੋ ਫੈਸਲਾ ਸੁਪਰੀਮ ਕੋਰਟ ਨੇ ਕਰ ਦਿੱਤਾ ਉਹ ਹਾਲ ਦੀ ਘੜੀ ਉੱਥੇ ਲਾਗੂ ਹੋ ਗਿਆ ਤੇ ਉਹਨੂੰ ਅੱਗੇ ਕੋਈ ਚੈਲੰਜ ਵੀ ਨਹੀਂ ਕੀਤਾ ਜਾ ਸਕਦਾ। ਇਹ ਜੋ ਖਬਰਾਂ ਆ ਰਹੀਆਂ ਨੇ ਕਿ ਜੀ ਉਹ ਲੜਾਈ ਕਰਕੇ ਉਹਨਾਂ ਨੇ ਪਾਬੰਦੀ ਲਾ ਦਿੱਤੀ, ਇਹ ਕਰ ਦਿੱਤਾ, ਉਹ ਕਰ ਦਿੱਤਾ, ਇਹ ਗੱਲ ਨਹੀਂ ਹੈ। ਦਰਅਸਲ 2013 ਦੀ ਇਹ ਘਟਨਾ ਸੀਗੀ ਜਿਹੜੀ ਅਪੀਲ ਦੇ ਰੂਪ ਦੇ ਵਿੱਚ ਸੁਪਰੀਮ ਕੋਰਟ 'ਚ ਜੇਰੇ ਸੁਣਵਾਈ ਸੀ, ਜਿਹਦੀ ਅੱਜ ਇਹ ਸਾਰੀ ਕਹਿ ਲਈਏ ਕਿ ਤਫਸੀਲ ਬਾਹਰ ਆ ਗਈ ਹੈ, ਫੈਸਲਾ ਆ ਗਿਆ। ਹੁਣ ਇਹ ਫੈਸਲਾ ਅੱਜ ਤੋਂ ਲਾਗੂ ਹੈ। ਪਰ ਜਿਹੜੇ ਉੱਥੇ ਦੇ ਸਿੱਖ ਆ, ਉਹ ਖਾਸ ਤੌਰ ਤੇ ਗੁਰਸਿੱਖ ਅੰਮ੍ਰਿਤਧਾਰੀ ਹੈ ਜਿਹੜੇ, ਉਹਨਾਂ ਲਈ ਇੱਕ ਬਹੁਤ ਵੱਡਾ ਝਟਕਾ ਹੈ। ਔਰ ਦੂਜੀ ਗੱਲ ਇਹ ਹੈ ਕਿ ਉੱਥੇ ਹਾਲ ਦੀ ਘੜੀ ਜੋ ਖਬਰ ਆ ਰਹੀ ਹੈ ਉੱਥੋਂ, ਹਾਲ ਦੀ ਘੜੀ ਉੱਥੇ ਜਿਹੜੇ ਗੁਰਦੁਆਰੇ ਆ ਉਹ ਵੀ ਇੱਕ ਦੂਜੇ ਤੋਂ ਪਰੇ ਹੀ ਆ। ਕੋਈ ਹਾਲ ਦੀ ਘੜੀ ਉੱਥੇ ਕੋਈ ਏਕਤਾ ਦੀ ਖਬਰ ਨਹੀਂ, ਕੋਈ ਉੱਥੇ ਸਿਰ ਜੋੜ ਕੇ ਬੈਠਣ ਦੀ ਖਬਰ ਨਹੀਂ ਕਿ ਉੱਥੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਇੱਕ ਸਿਲਸਿਲਾ ਚੱਲਿਆ ਹੋਵੇ ਜਿਹਦੇ 'ਚ ਕੋਈ ਹੱਲ ਕੱਢਣ ਦਾ ਉਹਨਾਂ ਨੇ ਸੋਚ ਵਿਚਾਰ ਕੀਤੀ ਹੋਵੇ। ਹਾਲ ਦੀ ਘੜੀ ਸਾਰੇ ਚੁੱਪ ਨੇ, ਅੱਡੋ ਪਾਰਟੀ ਨੇ। ਆਉਣ ਵਾਲੇ ਦਿਨਾਂ 'ਚ ਜਾਂ ਕਹਿ ਲਈਏ ਅੱਜ ਭਲਕ ਦੇ ਵਿੱਚ ਕੁਛ ਨਾ ਕੁਛ ਉੱਥੋਂ ਨਿਕਲ ਕੇ ਆ ਸਕਦਾ ਕਿ ਅੱਗੇ ਦਾ ਉਹ ਕੀ ਫੈਸਲਾ ਕਰਦੇ ਆ, ਕੀ ਉਹਨਾਂ ਦੀ ਰਣਨੀਤੀ ਰਹੇਗੀ। ਜੀ, ਤੇ ਅੱਗੇ ਆਪਾਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰੀਏ। ਉਹਨਾਂ ਨੇ ਕੈਪਟਨ ਨੂੰ ਦਿੱਤੀ SYL ਤੇ ਮਹੱਤਵਪੂਰਨ ਸਲਾਹ। ਸਤਿੰਦਰ ਸਰਤਾਜ ਕਹਿੰਦਾ ਸੀਗਾ ਕਿ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਐਵੇਂ ਘੱਟ ਜਾਂਦੀ ਹੈ। ਪਰ ਜੇ ਸਲਾਹ ਨੇਕ ਹੋਵੇ ਤੇ ਮੇਰੇ ਖਿਆਲ ਦੇ ਨਾਲ ਦੁਸ਼ਮਣ ਨੂੰ ਵੀ ਦੇ ਦੇਣੀ ਚਾਹੀਦੀ, ਭਾਵੇਂ ਮੰਗੇ ਜਾਂ ਨਾ ਮੰਗੇ। ਸਿਮਰਨਜੀਤ ਸਿੰਘ ਬੈਂਸ ਨੇ ਜਿਹੜੀ ਸਲਾਹ ਦਿੱਤੀ ਆ, ਉਹ ਸਲਾਹ ਮੇਰੇ ਖਿਆਲ ਦੇ ਨਾਲ ਪਰਫੈਕਟ ਆ, ਬਹੁਤ ਨੇਕ ਸਲਾਹ ਆ। ਉਸ ਨੇਕ ਸਲਾਹ ਤੇ ਵਿਚਾਰ ਹੋਣਾ ਜ਼ਰੂਰੀ ਆ। ਦਰਅਸਲ ਉਹਨੇ ਕੀ ਕਿਹਾ, ਉਹਨੇ ਇਹ ਗੱਲ ਕਹੀ ਹੈ, ਉਹਨੇ ਆਖਿਆ ਕਿ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ, ਜਿਹਦੇ ਵਿੱਚ ਪੰਜਾਬ ਰਾਜ ਪੁਨਰਗਠਨ ਦੀ ਧਾਰਾ 78, 79, 80 ਤੇ 1956 ਦੇ ਐਕਟ ਦੀ ਧਾਰਾ
14 ਬਾਰੇ ਸੰਵਿਧਾਨਕ ਰਾਏ ਮੰਗੀ ਜਾਵੇ। ਹੁਣ ਇਹ ਬਹੁਤ ਹੀ ਵੱਡਾ ਕਾਨੂੰਨੀ ਨੁਕਤਾ ਹੈ। ਜੇ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਨੂੰ ਜਿਹੜੀ ਪਾਣੀਆਂ ਦੀ ਲੜਾਈ ਲੜਨੀ ਪੈਣੀ ਸੀ, ਕਾਨੂੰਨੀ ਲੜਾਈ, ਕਿਉਂਕਿ ਲੜਾਈ ਉਹਦੇ ਗੱਲ ਪੈ ਗਈ, ਤਾਂ ਇਹ ਲੜਾਈ ਸ਼ੁਰੂ ਇੱਥੋਂ ਹੋਣੀ ਚਾਹੀਦੀ ਸੀ, ਇਹਦੀ ਬੁਨਿਆਦ ਹੀ ਇੱਥੋਂ ਸ਼ੁਰੂ ਹੋਣੀ ਚਾਹੀਦੀ ਸੀ। ਕਿਉਂਕਿ ਜਿਹੜੀ 1956 ਐਕਟ ਦੀ ਧਾਰਾ 14 ਹੈ, ਉਹਦੇ ਵਿੱਚ ਇਹ ਆ ਕਿ ਕੋਈ ਵੀ ਅੰਤਰਰਾਜੀ ਜਿਹੜਾ ਮਸਲਾ ਹੈ ਦਰਿਆਵਾਂ ਦਾ, ਉਹਦੇ 'ਚ ਕੇਂਦਰ ਜਿਹੜਾ ਆ ਉਹ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਇਹਨਾਂ ਨੇ ਕੀ ਕੀਤਾ ਕਿ ਦਖਲ ਅੰਦਾਜ਼ੀ ਕਰਨ ਲਈ, ਖਾਸ ਤੌਰ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਕਰਨ ਲਈ ਧਾਰਾ 78, ਧਾਰਾ 79 ਪਾਈ। ਉਸ ਧਾਰਾ ਦਾ ਨੁਕਸਾਨ ਪੰਜਾਬ ਨੂੰ ਹੋਇਆ ਸੀ ਦੇ ਰੂਪ ਦੇ ਵਿੱਚ। ਇਹ ਰਾਏ ਮੰਗ ਸਕਦੇ ਆ ਕਿ ਜਿਹੜੀ ਧਾਰਾ 78, 79 ਪੰਜਾਬ ਤੇ ਥੋਪੀ ਗਈ, ਕੀ ਇਹ 1956 ਵਾਲੇ ਐਕਟ ਦੀ ਧਾਰਾ 14 ਦੀ ਉਲੰਘਣਾ ਨਹੀਂ, ਜਿਹਦੇ ਵਿੱਚ ਇਹ ਇਸ ਤਰ੍ਹਾਂ ਦਾ ਪ੍ਰਾਵਧਾਨ ਹੀ ਹੈ ਨਹੀਂਗਾ ਕਿ ਕੇਂਦਰ ਹੈ ਜਿਹੜਾ ਉਹ ਦਖਲਅੰਦਾਜ਼ੀ ਨਹੀਂ ਕਰ ਸਕਦਾ ਜਿਹੜੇ ਇਸ ਤਰ੍ਹਾਂ ਦੇ ਅੰਤਰਰਾਜੀ ਵਿਵਾਦ ਹੈ, ਖਾਸ ਤੌਰ ਤੇ ਜਿੱਥੇ ਦਰਿਆ ਵਗਦੇ ਆ, ਰਿਪੇਰੀਅਨ ਸਟੇਟ ਹੈ ਜਿਹੜੇ, ਉਹਨਾਂ ਦੇ ਵਿੱਚ ਤੇ ਬਿਲਕੁਲ ਉਹ ਦਖਲ ਦੇ ਹੀ ਨਹੀਂ ਸਕਦਾ। ਪਰ ਇੱਥੇ ਧਾਰਾ ਇੱਕ ਵਾੜ ਕੇ ਦਖਲਅੰਦਾਜ਼ੀ, ਨਾ ਸਿਰਫ ਦਖਲਅੰਦਾਜ਼ੀ ਕੀਤੀ ਗਈ ਬਲਕਿ ਜਿਹੜੇ ਡੈਮ ਸੀਗੇ ਉਹਨਾਂ ਦੀਆਂ ਵੀ ਤਾਕਤਾਂ ਜਿਹੜੀਆਂ ਆਪਣੇ ਹੱਥ 'ਚ ਲੈ ਲਈਆਂ। ਸੋ ਇਹ ਪੰਜਾਬ ਦੀ ਇੱਕ ਬਹੁਤ ਬੁਨਿਆਦੀ ਲੜਾਈ ਸੀ ਜਿਹੜੀ ਇੱਥੋਂ ਸ਼ੁਰੂ ਕਰਕੇ ਆਰਾਮ ਨਾਲ ਜਿੱਤੀ ਜਾ ਸਕਦੀ ਸੀ, ਪਰ ਹੋਇਆ ਉਲਟ। ਕੇਂਦਰ ਨੇ ਨਾ ਸਿਰਫ 78, 79, 80 ਧਾਰਾ ਪਾ ਕੇ ਵਾੜ ਦਿੱਤਾ, ਪਾਣੀ ਦੀ ਵੰਡ ਕੀਤੀ, ਬਲਕਿ ਜਦੋਂ ਇਸ ਧਾਰਾ ਨੂੰ ਚੈਲੰਜ ਕੀਤਾ ਗਿਆ 78, 79 ਨੂੰ ਸੁਪਰੀਮ ਕੋਰਟ ਦੇ ਵਿੱਚ, ਉਸ ਤੋਂ ਬਾਅਦ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਬਾਂਹ ਮਰੋੜ ਕੇ ਉਹ ਵਾਪਸ ਕਰਾਈ ਗਈ ਪਟੀਸ਼ਨ। ਦੋਹਰਾ ਝਟਕਾ ਪੰਜਾਬ ਨੂੰ, ਦੋਹਰਾ ਧੱਕਾ ਪੰਜਾਬ ਨੂੰ ਦਿੱਤਾ ਗਿਆ। ਉਦੋਂ ਬਾਅਦ ਕਿਸੇ ਨੇ ਪਟੀਸ਼ਨ ਪਾਈ ਹੈ ਜਾਂ ਨਹੀਂ ਪਾਈ ਮੈਨੂੰ ਪਤਾ ਨਹੀਂ ਹੈ, ਪਰ ਇਹ ਬਾਅਦ ਦੇ ਵਿੱਚ ਪਾਉਣੀ ਚਾਹੀਦੀ ਸੀ। ਜੇ ਦਰਬਾਰਾ ਸਿੰਘ ਨੇ ਵਾਪਸ ਵੀ ਲੈ ਲਈ ਤੇ ਫਿਰ ਵੀ ਪਾਈ ਜਾ ਸਕਦੀ ਸੀ, ਕਾਨੂੰਨੀ ਚਾਰਾਜੋਈ ਬਾਅਦ ਦੇ ਵਿੱਚ ਵੀ ਕੀਤੀ ਜਾ ਸਕਦੀ ਸੀ। ਪਰ ਇਸ ਪਾਸੇ ਅਧਿਕਾਰਤ ਤੌਰ ਤੇ ਮੇਰੇ ਖਿਆਲ ਦੇ ਨਾਲ ਕਿਸੇ ਨੇ ਕੋਈ ਉਠਾ ਨਹੀਂ ਕੀਤਾ। ਜੇ ਕਿਸੇ ਨੇ ਕੋਈ ਨਿੱਜੀ ਤੌਰ ਤੇ ਪਟੀਸ਼ਨ ਪਾਈ ਹੋਵੇ, ਉਹ ਪੈਂਡਿੰਗ ਪਈ ਹੋਵੇ, ਉਹਦੇ ਬਾਰੇ ਪਤਾ ਨਹੀਂ, ਪਰ ਅਧਿਕਾਰਤ ਤੌਰ ਤੇ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲਦੀ। ਹੁਣ ਜਿਹੜੀ ਸਿਮਰਜੀਤ ਸਿੰਘ ਬੈਂਸ ਨੇ ਇਹ ਰਾਏ ਦਿੱਤੀ ਹੈ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚੋਂ ਬਿਲਕੁਲ ਪੰਜਾਬ ਲਈ ਹੋਪ ਹੈ ਜਿਹੜੀ ਉਮੀਦ ਹੈ ਖਤਮ ਹੋ ਚੁੱਕੀ ਹੈ। ਰਾਸ਼ਟਰਪਤੀ ਤੋਂ ਰਾਏ ਮੰਗੀ ਜਾ ਸਕਦੀ ਹੈ। ਜੇ ਇਹ ਇਸ ਤਰ੍ਹਾਂ ਦਾ ਬਿੱਲ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜ ਦਿੰਦੇ ਆ ਤੇ ਉਹਨੂੰ ਰਾਏ ਦੇਣੀ ਪਵੇਗੀ। ਆ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ, ਇਹ ਵੀ ਰਾਏ ਹੀ ਮੰਗੀ ਗਈ ਸੀਗੀ। ਜੋ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਬਣਾਇਆ ਸੀਗਾ, ਉਸ ਕਾਨੂੰਨ ਤੇ ਰਾਏਸ਼ੁਮਾਰੀ ਕਰਵਾਈ ਗਈ ਹੈ ਸੁਪਰੀਮ ਕੋਰਟ ਦੇ ਵਿੱਚੋਂ। ਜੇ ਉਸ ਮੁੱਦੇ ਤੇ ਰਾਏਸ਼ੁਮਾਰੀ ਹੋ ਸਕਦੀ ਹੈ ਤਾਂ ਇਹਨਾਂ ਧਾਰਾ ਤੇ ਵੀ ਰਾਏਸ਼ੁਮਾਰੀ ਕੀਤੀ ਜਾ ਸਕਦੀ ਹੈ। ਜੇਕਰ ਇਹ ਇਕੱਠੇ ਹੋ ਕੇ ਤੁਰਨ, ਗੱਲ ਤਾਂ ਬਣੇਗੀ। ਹੁਣ ਦੇਖੋ, ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਅਰੁਣ ਜੇਤਲੀ ਹੋਰਾਂ ਨਾਲ ਵੀ ਮੁਲਾਕਾਤਾਂ ਕਰਾਉਂਦਾ, ਗਾਏ ਬਗਾਏ ML ਖੱਟਰ ਦੇ ਨਾਲ ਵੀ ਉਹ ਜੱਫੀਆਂ ਛੱਪੀਆਂ ਕਰਾਉਂਦਾ। ਜਦੋਂ ਦੂਜਿਆਂ ਦੇ ਨਾਲ ਉਹ ਮਿਲ ਲੈਂਦਾ, ਚਾਹੇ ਮੁੱਖ ਮੰਤਰੀ ਦੇ ਤੌਰ ਤੇ, ਚਾਹੇ ਉਹ ਖਜ਼ਾਨਾ ਮੰਤਰੀ ਦੇ ਤੌਰ ਤੇ ਕਿਸੇ ਦੇ ਨਾਲ ਰਸਮੀ ਮੁਲਾਕਾਤ ਕਰਕੇ ਆਉਂਦਾ, ਤੇ ਜਿਹੜੇ ਸਿਮਰਜੀਤ ਸਿੰਘ ਬੈਂਸ ਵਰਗੇ ਜਾਂ HS ਫੂਲਕਾ ਵਰਗੇ ਵਿਧਾਨਕਾਰ ਆ, ਉਹ ਵੀ ਤੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਇਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਮੇਰੇ ਖਿਆਲ ਦੇ ਨਾਲ ਸਿਆਸੀ ਗਿਲੇ ਸ਼ਿਕਵੇ ਛੱਡ ਕੇ ਇੱਕ ਵਾਰੀ ਇਸ ਰਾਏ ਤੇ ਧਿਆਨ ਦੇਣਾ ਚਾਹੀਦਾ। ਮੇਜ਼ ਤੇ ਇਹਨਾਂ ਨੂੰ ਇਕੱਠੇ ਹੋ ਕੇ ਬਹਿਣਾ ਚਾਹੀਦਾ। ਸਿਮਰਨਜੀਤ ਸਿੰਘ ਬੈਂਸ ਨੇ ਜੋ ਮੁੱਦਾ ਉਠਾਇਆ, ਮੇਰੇ ਖਿਆਲ ਦੇ ਨਾਲ ਮੁੱਦਾ ਬਹੁਤ ਵਾਜਿਬ ਹੈ। ਜੇ ਇਹ ਨਿਕਲਦਾ, ਜੇ ਇਹ ਰਸਤਾ ਨਿਕਲਦਾ ਤੇ ਇਸ ਰਸਤੇ ਦੇ ਰਾਹੀਂ ਪੰਜਾਬ ਹੈ ਜਿਹੜਾ ਉਹ ਹਾਰੀ ਹੋਈ ਲੜਾਈ ਨੂੰ ਇੱਕ ਵਾਰ ਫੇਰ ਪੁਨਰ ਸੁਰਜੀਤ ਕਰ ਸਕਦਾ। ਬਿਲਕੁਲ, ਜੇ ਕਰਨਾ ਹੋਵੇ ਤਾਂ ਬਹੁਤ ਕੁਝ ਹੋ ਜਾਂਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਕੂਲਾਂ ਦੇ ਪ੍ਰਿੰਸੀਪਲ, ਟੀਚਰ। ਦਲਜੀਤ ਸਿੰਘ ਚੀਮਾ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਸੀ, ਉਹਨੇ ਕਲਾਸਾਂ ਲਾਈਆਂ ਸੀਗੀਆਂ ਟੀਚਰਾਂ ਦੀਆਂ, ਤੇ ਪਰ ਹੁਣ ਗੱਲ ਸੁਣਨ ਨੂੰ ਮਿਲਦੀ ਆ ਕਿ ਪ੍ਰਿੰਸੀਪਲ ਜਿਹੜੇ ਮਾੜੇ ਨਤੀਜੇ ਦੇਣਗੇ ਸਰਕਾਰ ਉਹਨਾਂ ਦੀਆਂ ਕਲਾਸਾਂ ਲਾਊਗੀ। ਦੇਖੋ, ਦਲਜੀਤ ਸਿੰਘ ਚੀਮਾ ਨੇ ਜਿਹੜੀਆਂ ਕਲਾਸਾਂ ਲਾਈਆਂ, ਉਹਨਾਂ ਕਲਾਸਾਂ ਲਾਈਆਂ ਦਾ ਕੀ ਫਾਇਦਾ ਹੋਇਆ? ਉਹ ਕਿਉਂਕਿ ਦਲਜੀਤ ਸਿੰਘ ਚੀਮਾ ਜਦੋਂ ਗਿਆ ਉਦੋਂ ਇਹ ਜਿਹੜੇ ਵਿਦਿਆਰਥੀ ਨਤੀਜਾ ਇਸ ਸਾਲ ਦੇ ਕੇ ਗਏ ਆ, ਉਹ ਉਸ ਸਮੇਂ ਸੈਸ਼ਨ ਦੇ ਵਿੱਚ ਹੀ ਸਨ, ਉਸ ਸਮੇਂ ਪੜ੍ਹਦੇ ਪਏ ਸੀਗੇ। ਦਲਜੀਤ ਸਿੰਘ ਚੀਮਾ ਤੇ ਫਰਵਰੀ ਦੇ ਵਿੱਚ ਹੀ ਪਾਵਰਲੈਸ ਹੋਏ ਆ ਨਾ, ਉਦੋਂ ਪਹਿਲਾਂ ਤਾਂ ਸਿੱਖਿਆ ਮੰਤਰੀ ਹੋਏ ਸੀ। ਉਹਨਾਂ ਨੇ 4 ਸਾਲ
ਕਲਾਸਾਂ ਲਾਈਆਂ ਲਗਾਤਾਰ ਅਧਿਆਪਕਾਂ ਦੀਆਂ, ਉਹਦਾ ਸਿੱਟਾ ਕੀ ਦੇ ਕੇ ਗਿਆ? ਹੁਣ ਜਿਹੜਾ ਬੰਦਾ ਜਾਂ ਜਿਹੜਾ ਅਧਿਆਪਕ ਆਪਣੇ ਸਕੂਲ ਦਾ ਚੰਗਾ ਨਤੀਜਾ ਨਹੀਂ ਦੇ ਪਾਉਂਦਾ, ਉਹਦੀ ਤੇ ਕਲਾਸ ਲੱਗ ਜਾਂਦੀ ਹੈ। ਤੇ ਜਿਹੜਾ ਸਿੱਖਿਆ ਮੰਤਰੀ 4 ਸਾਲ 5 ਸਾਲ ਕਲਾਸਾਂ ਲਾ ਕੇ ਵੀ ਕੁਛ ਨਹੀਂ ਕਰ ਸਕਦਾ, ਤੇ ਉਹਦਾ ਫਿਰ ਕੀ ਹੋਵੇ ਨਤੀਜਾ? ਸਮਝ ਤੋਂ ਪਰੇ ਦੀ ਗੱਲ ਆ ਕਿ ਇਹ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਚੱਲਦੇ ਆ। ਇਹ ਬੀਬੀ ਅਰੁਣਾ ਚੌਧਰੀ ਨੇ ਅੱਜ ਐਲਾਨ ਕਰ ਦਿੱਤਾ ਕਿ ਜਿਹੜੇ ਪ੍ਰਿੰਸੀਪਲ ਆਪਣੇ ਸਕੂਲਾਂ 'ਚੋਂ ਨਤੀਜਾ ਚੰਗਾ ਨਹੀਂ ਲਿਆ ਸਕੇ, ਅਸੀਂ ਉਹਨਾਂ ਦੀ ਕਲਾਸ ਲਾਵਾਂਗੇ, ਉਹਨਾਂ ਦੇ ਸੈਮੀਨਾਰ ਲਵਾਵਾਂਗੇ, ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਉਹਨਾਂ ਨੂੰ ਪ੍ਰੇਰਾਂਗੇ। ਪਰ ਇਹ ਤੇ ਦੇਖਣ ਦੀ ਜ਼ਰੂਰਤ ਹੈ ਨਾ ਕਿ ਜਿਹੜੇ ਪ੍ਰਿੰਸੀਪਲ ਆਪਣੇ ਸਕੂਲਾਂ 'ਚ ਚੰਗਾ ਰਿਜ਼ਲਟ ਨਹੀਂ ਦੇ ਸਕੇ, ਉਹ ਕਿਉਂ ਨਹੀਂ ਦੇ ਸਕੇ? ਪਹਿਲਾਂ ਇਸ ਮਾਮਲੇ ਦੀ ਜਾਂਚ ਪੜਤਾਲ ਤੇ ਹੋਣੀ ਚਾਹੀਦੀ ਆ, ਕੀ ਕਮੀ ਆ। ਕਈ ਸਕੂਲ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਜਿਹੜੇ ਨਵੇਂ ਨਿਯੁਕਤ ਹੋਏ ਹੋਣਗੇ, ਇਕੱਲੇ ਪ੍ਰਿੰਸੀਪਲ ਨੂੰ ਉਹਦੀ ਸਜ਼ਾ ਕਿਉਂ ਦਿੱਤੀ ਜਾਵੇ? ਜਿਹੜਾ ਪ੍ਰਿੰਸੀਪਲ ਕੋਈ ਮਹੀਨਾ 2 ਮਹੀਨੇ 4 ਮਹੀਨੇ ਪਹਿਲਾਂ ਆਇਆ, ਉਸ ਕਲਾਸ ਨੂੰ ਪੜ੍ਹਾਉਂਦੇ ਤਾਂ ਦੂਜੇ ਟੀਚਰ ਵੀ ਰਹੇ ਆ। ਔਰ ਦੂਜੇ ਟੀਚਰ ਹੈ ਜਿਹੜੇ, ਠੀਕ ਹੈ ਕਿ ਅੱਜ ਦੇ ਟੀਚਰ ਹੈ ਜਿਹੜੇ, ਉਹ ਅੱਜ ਤੋਂ 20-25 ਸਾਲ ਪਹਿਲਾਂ ਵਾਲੇ ਜਿਹੜੇ ਟੀਚਰ ਸੀਗੇ, ਉਹਨਾਂ ਦੇ ਮੁਕਾਬਲੇ ਨਾ ਤੇ ਉਨੀ ਸੁਹਿਰਦਤਾ ਰੱਖਦੇ ਆ, ਨਾ ਉਨੀ ਗੰਭੀਰਤਾ ਰੱਖਦੇ ਆ, ਨਾ ਉਨੀ ਸਮਰਪਤਾ ਰੱਖਦੇ ਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਾਰੀ ਸੁੱਟ ਜਿਹੜੀ ਹੈ ਉਹ ਤੁਸੀਂ ਉਹਨਾਂ ਤੇ ਵੀ ਨਹੀਂ ਸੁੱਟ ਸਕਦੇ, ਕਿਉਂਕਿ ਬਹੁਤ ਐਕਸਟਰਾ ਬਰਡਨ ਹੈ ਜਿਹੜਾ ਅਧਿਆਪਕਾਂ ਦੇ ਸਿਰ ਤੇ ਤੁਸੀਂ ਪਾਇਆ। ਕਦੀ ਉੱਧਰ ਤੋੜ ਦਿੱਤਾ, ਕਦੀ ਉੱਧਰ ਤੋੜ ਦਿੱਤਾ। ਹਾਂ, ਹਮੇਸ਼ਾ ਜੋ ਵੀ ਤੁਹਾਡਾ ਕੋਈ ਨਵਾਂ ਪ੍ਰੋਗਰਾਮ ਆਉਂਦਾ ਡਾਟਾ ਇਕੱਠਾ ਕਰਨ ਵਾਲਾ, ਉਹ ਤੁਸੀਂ ਅਧਿਆਪਕਾਂ ਦੇ ਸਿਰ ਤੇ ਪਾ ਦਿੰਦੇ ਹੋ। ਮੇਰੇ ਖਿਆਲ ਦੇ ਨਾਲ ਇਹ ਪਾਲਿਸੀ ਹੈ ਜਿਹੜੀ, ਇਹ ਗਲਤ ਆ। ਸਿਰਫ ਤੇ ਸਿਰਫ ਇੱਕ ਲੋਕਾਂ ਨੂੰ ਦਿਖਾਉਣਾ, ਦੇਖੋ ਜੀ ਜਿਨ੍ਹਾਂ 'ਚ ਰਿਜ਼ਲਟ ਮਾੜੇ ਆਏ ਆ, ਅਸੀਂ ਉਹਨਾਂ ਦੀ ਕਲਾਸ ਲਾਈ ਹੈ, ਇਹਦੇ ਨਾਲ ਮੇਰੇ ਖਿਆਲ ਦੇ ਨਾਲ ਸਬਰਨਾ ਕੁਛ ਨਹੀਂ ਹੈ। ਉਲਟਾ ਇਹ ਆ ਕਿ ਜਿਹੜੇ ਇਸ ਤਰ੍ਹਾਂ ਦੇ ਪ੍ਰਿੰਸੀਪਲ ਜਾਂ ਅਧਿਆਪਕ ਸੱਦ ਕੇ ਜਲੀਲ ਕੀਤੇ ਜਾਂਦੇ ਆ ਸ਼ਰੇਆਮ, ਉਹ ਫਿਰ ਉਹੋ ਜਿਹੇ ਹੋ ਜਾਂਦੇ ਆ ਜਿਵੇਂ ਉਹ ਕਹਿੰਦੇ ਹੁੰਦੇ ਨਾ, ਝਾੜਿਆ ਚੰਬਿਆ ਪੂਰਾ ਜਿਉਂਦਾ ਤਿਉਂ। ਕਿ ਚਲੋ ਜੀ ਇੱਕ ਦਿਨ ਦੀ ਗੱਲ ਆ ਨਾ, ਜਾ ਕੇ ਸਿੱਖਿਆ ਮੰਤਰੀ ਦੀ ਕਲਾਸ ਲਵਾ ਆਉਣੇ ਆ, ਹੋਣਾ ਤੇ ਆਖਰ ਇਹੀ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਬਦਲਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਕੋਈ ਕਮੇਟੀ ਬਣਨੀ ਚਾਹੀਦੀ ਆ ਕਿ ਕੀ ਖਾਮੀ ਹੈ ਪੰਜਾਬ ਦਾ ਰਿਜ਼ਲਟ ਹੈ ਜਿਹੜਾ ਥੱਲੇ ਨੂੰ ਤੁਰਿਆ ਆਉਂਦਾ। ਆ ਦੇਖੋ ਹੁਣ ਇਹਨਾਂ ਨੇ ਆਪ ਹੀ ਅੱਜ ਇੱਕ ਫਿਗਰ ਦਿੱਤਾ, ਕਹਿੰਦੇ ਕਿ 62 ਸਕੂਲਾਂ ਦੇ ਵਿੱਚ 12ਵੀਂ ਦਾ ਨਤੀਜਾ ਜਿਹੜਾ ਉਹ ਇਹੋ ਜਿਹਾ ਆ ਕਿ 20% ਵੀ ਨਹੀਂ ਹੈਗਾ, 20% ਨਤੀਜਾ ਵੀ ਹੈ ਨਹੀਂ, ਔਰ 20% ਕਈਆਂ ਵਿਦਿਆਰਥੀਆਂ ਦੇ ਨੰਬਰ ਹੀ 20% ਆ ਕੁੱਲ। ਇਸ ਤਰ੍ਹਾਂ ਇਹਨਾਂ ਨੇ ਇਹ ਵੀ ਕਿਹਾ ਕਿ ਕੁਝ ਪ੍ਰਿੰਸੀਪਲਾਂ ਨੇ ਬਹੁਤ ਵਧੀਆ ਨਤੀਜਾ ਦਿੱਤਾ, ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ। ਸੋ ਇੱਕ ਨੂੰ ਸਨਮਾਨਿਤ ਕਰਨਾ, ਜੇ ਕਿਸੇ ਦਾ ਨਤੀਜਾ ਮਾੜਾ ਆ ਉਹਨੂੰ ਜਲੀਲ ਕਰਨਾ, ਮੇਰੇ ਖਿਆਲ ਦੇ ਨਾਲ ਇਹ ਪਾਲਿਸੀ ਸਹੀ ਨਹੀਂ ਹੈ। ਤੁਸੀਂ ਪਹਿਲਾਂ ਕੋਈ ਕਮੇਟੀ ਬਣਾਓ ਜਿਹੜੀ ਆਂਕਲਨ ਕਰੇ ਕਿ ਕਮੀ ਕਿੱਥੇ ਆ। ਟੀਚਰਾਂ ਦੀ ਗੰਭੀਰਤਾ 'ਚ ਕਮੀ ਹੈ, ਟੀਚਰ ਜਿਹੜੇ ਆ ਉਹ ਯੋਗ ਆ ਜਾਂ ਨਹੀਂ, ਸਾਰੀਆਂ ਚੀਜ਼ਾਂ ਜਦੋਂ ਸਾਫ਼ ਹੋ ਜਾਣ, ਵਿਦਿਆਰਥੀ ਹੈ ਜਿਹੜੇ ਉਹ ਕਿਸ ਤਰ੍ਹਾਂ ਦਾ ਆਪਣਾ ਦਿਮਾਗ ਰੱਖਦੇ ਆ। ਕਿਉਂਕਿ ਇੱਥੋਂ ਤੇ ਸੁਣਨ ਦੇ ਵਿੱਚ ਇਹ ਆਉਂਦਾ ਕਿ 8ਵੀਂ ਦੇ ਜਿਹੜੇ ਬੱਚੇ ਆ 20% ਹੈ ਜਿਹੜੇ ਉਹ 5ਵੀਂ ਦੀ ਕਿਤਾਬ ਵੀ ਨਹੀਂ ਪੜ੍ਹ ਸਕਦੇ। ਇਸ ਤਰ੍ਹਾਂ ਦੀਆਂ ਵੀ ਰਿਪੋਰਟਾਂ ਆਉਂਦੀਆਂ ਨੇ ਕਿ ਕਈ ਵਿਦਿਆਰਥੀ ਹੈ ਜਿਹੜੇ 7ਵੀਂ 8ਵੀਂ 'ਚ, ਕਿਉਂਕਿ ਫੇਲ ਤੇ ਕਰਦੇ ਹੀ ਨਹੀਂ, ਉਹਨਾਂ ਨੂੰ ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ। ਕੁਝ ਵਿਦਿਆਰਥੀ 5ਵੀਂ ਤੱਕ ਜਾਂਦੇ 5ਵੀਂ 'ਚ ਪਹੁੰਚਦੇ ਵੀ ਆਪਣਾ ਨਾਂ ਨਹੀਂ ਲਿਖ ਸਕਦੇ। ਸੋ ਇਹ ਹਾਲਤ ਕਿਉਂ ਆ? ਇਹ ਸਾਰੀਆਂ ਚੀਜ਼ਾਂ ਦਾ ਅੰਕਲਨ ਹੋਣਾ ਚਾਹੀਦਾ। ਇਹ ਇਕੱਲਾ ਇਹ ਤੇ ਬਿਲਕੁਲ ਮੈਂ ਕਹੂੰਗਾ ਕਿ ਇਹਨਾਂ ਨੇ ਖਾਨਾ ਪੂਰਤੀ ਵਾਲਾ ਕੰਮ ਰੱਖ ਦਿੱਤਾ ਕਿ ਨਤੀਜਾ ਜੀ ਮਾੜਾ ਆਇਆ, ਅਸੀਂ ਅਧਿਆਪਕਾਂ ਨੂੰ ਸੱਦਿਆ, ਕਲਾਸ ਲਾਈ, ਫਿਰ ਉਹੋ ਜਿਹਾ ਕੰਮ ਇਹ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਚੰਗੇ ਨਤੀਜੇ ਲੈਣੇ ਆ ਤਾਂ ਪਹਿਲਾਂ ਤੁਹਾਨੂੰ ਕਮੀਆਂ ਲੱਭਣੀਆਂ ਪੈਣਗੀਆਂ, ਫਿਰ ਤੁਹਾਨੂੰ ਉਹ ਕਮੀਆਂ ਦੂਰ ਕਰਨੀਆਂ ਪੈਣਗੀਆਂ। ਟੀਚਰਾਂ ਨੂੰ ਜਲੀਲ ਕਰਨ ਦੀ ਥਾਂ ਤੇ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਕਿ ਭਾਈ ਆਹ ਤੁਹਾਡੀ ਡਿਊਟੀ ਹੈ, ਤੁਹਾਨੂੰ ਇਸ ਕੰਮ ਲਈ ਤਨਖਾਹ ਦਿੱਤੀ ਜਾਂਦੀ ਆ, ਤੁਹਾਡਾ ਸਮਾਜ ਪ੍ਰਤੀ ਇਹ ਫਰਜ਼ ਆ। ਸੋ ਇਸ ਤਰ੍ਹਾਂ ਤਾਂ ਅਸੀਂ ਇੱਕ ਮਾਹੌਲ ਵਧੀਆ ਬਣਾ ਸਕਦੇ ਹਾਂ। ਇਹ ਆਹ ਗੱਲ ਕਰਦੇ ਆ ਕਿ ਅਸੀਂ ਐਂ ਕਰਾਂਗੇ ਜੀ, ਕੰਨੋਂ ਫੜ ਕੇ ਇਹਨਾਂ ਤੋਂ ਉਹ ਕਰ ਦਿਆਂਗੇ, ਮੇਰੇ ਖਿਆਲ ਦੇ ਨਾਲ ਇਹ ਅੱਗੇ ਦਲਜੀਤ ਸਿੰਘ ਚੀਮਾ ਕਈ ਸਾਲਾਂ ਤੱਕ ਕਰਦਾ ਰਿਹਾ, ਉਹ ਨਤੀਜਾ ਦੇ ਨਹੀਂ ਸਕਿਆ। ਹੁਣ ਇਹ ਬੀਬੀ ਅਰੁਣਾ ਚੌਧਰੀ ਦੇ ਵਿੱਚ ਗੱਲ ਵੱਖਰੀ ਹੈ। ਵੈਸੇ ਇਸ ਬੀਬੀ ਅਰੁਣਾ ਚੌਧਰੀ ਨੂੰ ਪੰਜਾਬੀ ਪਹਿਲਾਂ ਸਿੱਖ ਲੈਣੀ ਚਾਹੀਦੀ ਹੈ, ਕਿਉਂਕਿ ਇਹਨੂੰ ਆਪ ਤੇ ਹਾਲੇ ਤੱਕ ਪੰਜਾਬੀ 'ਚ ਚੰਗਾ ਨਤੀਜਾ ਦੇਣਾ ਨਹੀਂ ਆਇਆ। ਬਿਲਕੁਲ ਜੀ, ਬਹੁਤ ਕੁਛ ਆ। ਸਿਲੇਬਸ ਵੱਲ ਕੋਈ ਖਿਆਲ ਨਹੀਂ ਕਰਦਾ ਕਿ ਸਿਲੇਬਸ ਬਦਲ ਦਿੱਤਾ ਜਾਂਦਾ, ਪਰ ਟੀਚਰ ਪੁਰਾਣੇ ਆ। ਜ਼ਰੂਰ ਨਾਲ ਸਾਰਿਆਂ ਦੀਆਂ ਕਲਾਸਾਂ ਲੱਗਣੀਆਂ ਜ਼ਰੂਰੀ ਆ। ਤੇ ਅੱਗੇ ਆਪਾਂ ਪੰਸਬ ਦੇ ਵਿੱਚ ਕੀਤੀ ਗਈ ਇੱਕ ਹੋਰ ਤਿਗੜਮ ਆਈ ਸਾਹਮਣੇ। ਦੇਖੋ ਜਿਹੜਾ ਪੰਸਬ ਦਾ ਮਹਿਕਮਾ ਹੈ ਨਾ, ਇਹਦੇ 'ਚ ਸਭ ਤੋਂ ਜ਼ਿਆਦੀਆਂ ਤਿਕੜਮਾਂ ਲੱਗੀਆਂ।
ਔਰ ਇਹਦੇ ਵਿੱਚ ਵੀ ਜਵਾਈ ਮੁਖੀਆ ਸੀਗਾ। ਸਾਡੇ ਦੇਸ਼ ਦੇ ਵਿੱਚ ਜਵਾਈਆਂ ਦਾ ਬਹੁਤ ਵੱਡਾ ਰੋਲ ਆ। ਜਵਾਈ ਚਾਹੇ ਅਟਲ ਬਿਹਾਰੀ ਵਾਜਪਾਈ ਦਾ ਹੋਵੇ, ਚਾਹੇ ਬੀਬੀ ਸੋਨੀਆ ਗਾਂਧੀ ਦਾ ਹੋਵੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਦਾ ਹੋਵੇ। ਅਟਲ ਬਿਹਾਰੀ ਵਾਜਪਾਈ ਵੈਸੇ ਕੁਆਰਾ ਸੀਗਾ, ਪਰ ਉਹਨੇ ਗੋਦ ਲਈ ਹੋਈ ਸੀਗੀ ਬੇਟੀ। ਮੈਂ ਤਾਂ ਕਿਹਾ ਇਹ ਜਿਹੜੇ ਜਵਾਈ ਆ ਇਹ ਕਿਤੇ ਨਾ ਕਿਤੇ ਮਸ਼ਹੂਰ ਰਹੇ ਆ। ਤੇ ਜਿਹੜਾ ਸੋਨੀਆ ਦਾ ਜਵਾਈ ਸੀ ਤੇ ਉਹਦੇ ਬਾਰੇ ਤਾਂ ਕਿਹਾ ਹੀ ਇਹ ਜਾਂਦਾ ਸੀ ਕਿ ਇੱਕ ਮੁਲਕ ਜਮਾਇਕਾ ਤੇ ਦੂਸਰਾ ਮੁਲਕ ਦਿੱਲੀ ਦੇ ਲਾਗੇ ਲਾਗੇ ਜਮਾਇਕਾ। ਇਹ ਜਿਹੜਾ ਜਵਾਈ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਬੇਸ਼ੱਕ ਇਹਦੀ ਅੰਦਰ ਬਹੁਤ ਜ਼ਿਆਦਾ ਵਿਰੋਧਤਾ ਸੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ, ਪਰ ਫਿਰ ਵੀ ਬਾਵਜੂਦ ਇਸ ਦੇ ਵਿਰੋਧਤਾ ਬਹੁਤ ਸੀ। ਇਹ ਚੱਲਦਾ ਰਿਹਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਇਹਦੀ ਪਿੱਠ ਤੇ ਆਪ ਖੜਾ ਰਿਹਾ, ਤਣ ਕੇ ਖੜਾ ਰਿਹਾ। ਪਰ ਬਹੁਤ ਕੁਛ ਪਨਸਪ ਦੇ ਵਿੱਚੋਂ ਗੜਬੜੀਆਂ ਵਾਲਾ ਨਿਕਲਿਆ, ਚਾਹੇ ਉਹ ਅਨਾਜ ਘੁਟਾਲਾ ਹੋਵੇ, ਚਾਹੇ ਜਿਹੜਾ ਨੀਲੇ ਕਾਰਡਾਂ ਵਾਲਾ, ਜੋ ਆਟਾ ਦਾਲ ਸਕੀਮ ਵਾਲਾ, ਬਹੁਤ ਕੁਛ। ਹੁਣ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ 3 ਅਧਿਕਾਰੀ ਇਹਨਾਂ ਨੇ ਸਸਪੈਂਡ ਕੀਤੇ। ਉਹ ਕੀ ਕਰਦੇ ਸੀ ਕਿ ਜਿਹੜੀ ਆਟਾ ਦਾਲ ਸਕੀਮ ਦੀ ਕਣਕ ਪੈਕ ਕਰਦੇ ਸੀ, ਹਰੇਕ ਗੱਟੇ ਦੇ ਵਿੱਚੋਂ 1-1 ਕਿਲੋ ਉਹ ਘੱਟ ਭਰਦੇ ਸੀਗੇ। ਔਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਜ਼ਾਰਾਂ ਗੱਟਿਆਂ ਚੋਂ 1-1 ਕਿਲੋ ਜਿਹੜੀ ਘੱਟ ਭਰਾਈ ਕੀਤੀ ਜਾਵੇ ਉਹ ਕਿੰਨੀ ਕਣਕ ਬਣਦੀ ਹੈ। ਤੇ ਉਹ ਸਾਲਾਂ ਤੋਂ ਇਹ ਕੰਮ ਕਰਦੇ ਪਏ ਸੀ। ਉਹ ਸਾਰੇ ਸਸਪੈਂਡ ਕਰ ਦਿੱਤੇ ਗਏ, 3-4 ਜਣੇ ਸੀਗੇ। ਹੁਣ ਇੱਕ ਚੀਜ਼ ਹੋਰ ਨਿਕਲ ਕੇ ਆਈ, ਹਾਲਾਂਕਿ ਇਹ ਕਿੱਸੇ ਆ ਜਿਹੜੇ ਉਹ ਅਖਬਾਰਾਂ ਦੇ ਵਿੱਚ ਕੱਲ ਭਲਕੇ ਛਪਦੇ ਪਏ ਆ, ਤੇ ਇੱਕ ਅੱਜ ਕਿੱਸਾ ਸਾਹਮਣੇ ਆ ਗਿਆ। ਉਹ ਇਹ ਕਿੱਸਾ ਸੀਗਾ ਕਿ ਇਹਨਾਂ ਨੇ ਕੁਝ ਸਾਲ ਪਹਿਲਾਂ ਪੱਕੀ ਭਰਤੀ ਕੀਤੀ ਪਨਸਪ ਦੇ ਵਿੱਚ 700 ਬੰਦੇ ਦੀ। 700 ਬੰਦੇ ਦੀ ਭਰਤੀ ਕਰਨ ਤੋਂ ਬਾਅਦ ਇਹਨਾਂ ਨੇ 250 ਦੇ ਕਰੀਬ ਆਊਟਸੋਰਸਿੰਗ ਰਾਹੀਂ ਬੰਦੇ ਕੱਚੇ ਭਰਤੀ ਕਰ ਲਏ। ਔਰ ਜਿਹੜੇ ਕੱਚੇ ਭਰਤੀ ਕੀਤੇ ਉਹ ਸਾਰੇ ਮਾਝੇ ਦੇ ਸਨ, ਬਹੁਤੇ ਜ਼ਿਆਦਾ ਮਾਝੇ ਦੇ ਸੀਗੇ। ਉਹਨਾਂ ਚੋਂ ਬਹੁਤੇ ਜ਼ਿਆਦਾ ਸੀਗੇ ਜਿਹੜੇ ਉਹ ਪਨਸਪ ਵਿਭਾਗ ਦਾ ਕੰਮ ਕਰਨ ਦੀ ਥਾਂ ਤੇ ਮੰਤਰੀਆਂ ਦੇ ਘਰਾਂ ਦਾ ਜਾਂ ਅਧਿਕਾਰੀਆਂ ਦੇ ਘਰਾਂ ਦਾ ਕੰਮ ਕਰਦੇ ਸੀ, ਜਾਂ ਜਿਹੜੇ ਬਹੁਤੇ VIP ਸੀ ਉਹ ਇਹਨਾਂ ਦੇ ਘਰਾਂ ਦੇ ਵਿੱਚ ਗਨਮੈਨ ਦੀ ਡਿਊਟੀ ਵੀ ਨਿਭਾ ਛੱਡਦੇ ਸੀਗੇ। ਯਾਨੀ ਜਿਹੜੇ ਕੰਮ ਲਈ ਭਰਤੀ ਕੀਤੇ ਗਏ ਉਸ ਕੰਮ ਤੋਂ ਉਹ ਦੂਰ ਰਹੇ, ਦੂਜੇ ਕੰਮ ਉਹ ਕਰਦੇ ਰਹੇ। ਇੱਥੇ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਉਂਦੀ ਪਈ ਆ ਕਿ ਜਿਹੜੀ ਆਊਟਸੋਰਸਿੰਗ ਕੰਪਨੀ ਰਾਹੀਂ ਇਹ ਭਰਤੀ ਕੀਤੀ ਗਈ ਉਹ ਵੀ ਇੱਕ ਅਕਾਲੀ ਆਗੂ ਦੀ ਸੀ, ਤੇ ਹਰੇਕ ਭਰਤੀ ਪਿੱਛੇ ਉਹਨੂੰ ਵੀ 2 ਲੱਖ ਰੁਪਈਆ ਜਿਹੜਾ ਦਿੱਤਾ ਗਿਆ। ਇਹ ਪਤਾ ਨਹੀਂ ਹੁਣ ਕਿੰਨੇ ਬੈਚ ਦੇ ਵਿੱਚ ਭਰਤੀ ਕੀਤੀ ਹੈ, ਪਰ ਹਰੇਕ ਬੈਚ ਦਾ 2 ਲੱਖ ਰੁਪਈਆ ਉਸ ਕੰਪਨੀ ਨੂੰ ਦਿੱਤਾ ਗਿਆ। ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਉਸ ਸਮੇਂ ਦਾ ਤਤਕਾਲੀ ਇਸ ਪਨਸਪ ਦਾ ਇੰਚਾਰਜ ਸੀਗਾ, ਚੇਅਰਮੈਨ ਸੀਗਾ, ਜਿਹੜਾ ਉਹ ਆਪਣੀ ਕੋਠੀ ਇਸੇ ਮਹਿਕਮੇ ਨੂੰ ਰੈਂਟ ਤੇ ਦਿੰਦਾ, ਤੇ ਰੈਂਟ ਕਿੰਨਾ ਲੈਂਦਾ? 70,000 ਰੁਪਈਆ। ਉਸ ਕੋਠੀ ਦੇ ਵਿੱਚ ਕੁਛ ਵੀ ਨਹੀਂ, ਸਿਰਫ ਤੇ ਸਿਰਫ ਇੱਕ ਦਫ਼ਤਰ ਚਲਾਇਆ ਜਾਂਦਾ। ਉਹਦਾ ਕਿਰਾਇਆ ਕਿੰਨਾ ਵਸੂਲਿਆ ਜਾਂਦਾ? 70,000 ਰੁਪਈਆ ਮਹੀਨਾ। ਤੇ ਜਦੋਂ ਸਰਕਾਰ ਬਦਲਦੀ ਹੈ, ਸਰਕਾਰ ਬਦਲਣ ਤੋਂ ਠੀਕ ਐਨ ਪਹਿਲਾਂ ਉਹਨੂੰ 3 ਮਹੀਨਿਆਂ ਦਾ ਐਡਵਾਂਸ ਕਿਰਾਇਆ ਦੇ ਦਿੱਤਾ ਜਾਂਦਾ, ਜਦਕਿ ਸਮਾਨ ਪਹਿਲਾਂ ਹੀ ਚੁੱਕ ਲਿਆ ਜਾਂਦਾ। 3 ਮਹੀਨੇ ਦਾ ਕਿਰਾਇਆ ਉਹਨੂੰ ਐਡਵਾਂਸ ਦੇ ਦਿੱਤਾ ਜਾਂਦਾ। ਸੋ ਚਫੇਰੋ ਪਨਸਪ ਦੇ ਕਿੱਸੇ ਨਿਕਲਦੇ ਪਏ ਆ। ਹੁਣ ਇਹਨਾਂ ਕਿੱਸਿਆਂ ਦੇ ਵਿੱਚੋਂ ਇਹ ਸਭ ਤੋਂ ਵੱਡਾ ਕਿੱਸਾ ਕਿ ਇਹ ਜਿਹੜੀ ਭਰਤੀ ਕੀਤੀ, ਇਹ 1 ਮਹੀਨੇ ਦੀ 25 ਲੱਖ ਰੁਪਈਆ ਖੋਰੀ ਲਾ ਰਹੀ ਸੀਗੀ ਖਜ਼ਾਨੇ ਨੂੰ। ਔਰ ਇਹਨਾਂ ਦਾ ਕੰਮ ਕੁਛ ਵੀ ਨਹੀਂ, ਕਿਉਂਕਿ ਦਾਲ ਹੈ ਜਿਹੜੀ ਉਹ ਸੁੱਖ ਨਾਲ ਬੰਦ ਪਈ ਹੈ ਸਕੀਮ ਦੇ ਵਿੱਚ, ਕਣਕ ਵੰਡਦੇ ਆ। ਔਰ ਕਣਕ ਦਾ ਵੀ ਕੰਮ ਹੈ ਜਿਹੜਾ ਹੁਣ ਪਨਸਪ ਤੋਂ ਖੋਹ ਕੇ ਪਨਗ੍ਰੇਨ ਨੂੰ ਦੇ ਦਿੱਤਾ ਗਿਆ। ਸਰਕਾਰ ਵੀ ਬਦਲ ਗਈ। ਉਹ ਕਣਕ ਜਿਹੜੀ ਆਟਾ ਦਾਲ ਸਕੀਮ ਰਾਹੀਂ ਇਹਨਾਂ ਨੇ ਦੇਣੀ ਹੈ, ਕਿਉਂਕਿ ਇਹਨਾਂ ਨੇ ਘਪਲੇਬਾਜ਼ੀ ਬਹੁਤ ਕੀਤੀ, ਇਹਨਾਂ ਤੋਂ ਉਹ ਖੋਹ ਕੇ ਅਖਤਿਆਰੀ ਹੈ ਜਿਹੜੀ ਉਹ ਪਨਗ੍ਰੇਨ ਨੂੰ ਦੇ ਦਿੱਤੀ ਗਈ। ਕੰਮ ਕੋਈ ਹੈ ਨਹੀਂ, ਪਰ ਫਿਰ ਵੀ ਉਹ 250 ਬੰਦਾ ਸਰਕਾਰ ਬਦਲੀ ਤੋਂ ਵੀ ਨਹੀਂ ਕੱਢਿਆ ਜਾ ਰਿਹਾ। ਹਰੇਕ ਮਹੀਨੇ 25 ਲੱਖ ਰੁਪਈਏ ਦਾ ਖਰਚਾ ਹੈ ਉਹਨਾਂ 250 ਆਊਟਸੋਰਸਿੰਗ ਮੁਲਾਜ਼ਮਾਂ ਦਾ। ਸੋ ਇਹ ਬਹੁਤ ਵੱਡਾ ਘਪਲਾ ਹੈ। ਕਈ ਸਾਲਾਂ ਦਾ ਜੇ ਗਿਣ ਲਈਏ ਤੇ ਕਰੋੜਾਂ ਰੁਪਈਆ ਜਿਹੜਾ ਉਹ ਉਹਨਾਂ ਮੁਲਾਜ਼ਮਾਂ ਨੂੰ ਦੇ ਦਿੱਤਾ ਗਿਆ ਜਿਨ੍ਹਾਂ ਨੇ ਇਸ ਮਹਿਕਮੇ ਦੇ ਵਿੱਚ ਡੱਡਾ ਵੀ ਨਹੀਂ ਭੋਰਿਆ। ਬਿਲਕੁਲ ਜੀ, ਜੋ ਵੀ ਬਾਦਲ ਦੇ ਆਲੇ ਦੁਆਲੇ ਸੀਗੇ ਇਹ ਸਾਰੇ ਪਰਿਵਾਰ ਨੇ ਬਹੁਤ ਲੁੱਟ ਮਚਾਈ ਹੈ। ਅਤੇ ਅੱਗੇ ਇੱਕ ਖਬਰ ਸੀ ਜੀ ਅਖਬਾਰਾਂ ਦੇ ਵਿੱਚ ਕਿ ਅਜਮੇਰ ਔਲਖ ਦੀ ਜਿਹੜੇ ਪ੍ਰਸਿੱਧ ਨਾਟਕਕਾਰ ਆ ਹਾਲਤ ਗੰਭੀਰ ਆ, ਅਤੇ ਉੱਧਰ ਕੈਪਟਨ ਸਰਕਾਰ ਨੇ ਅਜਮੇਰ ਔਲਖ ਦੀ ਮਾਲੀ ਇਮਦਾਦ ਕੀਤੀ। ਇਹ ਬਹੁਤ ਵਧੀਆ ਕੰਮ ਕੀਤਾ। ਸੋਸ਼ਲ ਮੀਡੀਆ ਤੇ ਅੱਜ ਤੜਕੇ ਖਬਰ ਆਈ, ਅਖਬਾਰਾਂ 'ਚ ਵੀ ਖਬਰ ਆਈ ਕਿ ਅਜਮੇਰ ਔਲਖ ਜੀ ਹੈ ਜਿਹੜੇ ਉਹ ਕੈਂਸਰ ਰੋਗ ਤੋਂ ਪੀੜਤ ਆ ਤੇ ਸਥਿਤੀ ਕਾਫੀ ਉਹਨਾਂ ਦੀ ਨਾਜ਼ੁਕ ਆ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਤੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਲੋਕ ਸੀਗੇ
ਕਲਾ ਪ੍ਰੇਮੀ ਹੈ ਜਿਹੜੇ, ਉਹਨਾਂ ਨੇ ਇਹ ਹਾਂ ਦਾ ਨਾਰਾ ਮਾਰਿਆ ਕਿ ਕਿਤੇ ਇਹ ਨਾ ਹੋਵੇ ਕਿ ਇਹੋ ਜਿਹੀ ਅਜ਼ੀਮ ਸ਼ਖਸੀਅਤ ਹੈ ਜਿਹੜੀ ਉਹ ਪੈਸੇ ਖੁਣੋ, ਮਾਲੀਏ ਖੁਣੋ ਸੰਸਾਰ ਤੋਂ ਤੁਰ ਜਾਵੇ, ਇਲਾਜ ਖੁਣੋ ਤੁਰ ਜਾਵੇ। ਸੋ ਇਕੱਠਾ ਕਰਨਾ ਚਾਹੀਦਾ, ਪੈਸਾ ਇਕੱਠਾ ਕਰਨਾ ਚਾਹੀਦਾ। ਹਾਲੇ ਇਹ ਲੋਕ ਵਿਚਾਰਾਂ ਕਰਦੇ ਹੀ ਪਏ ਸਨ ਕਿ ਕੋਈ ਇਸ ਤਰ੍ਹਾਂ ਦਾ ਦਾਨ ਹੈ ਜਿਹੜਾ ਉਹ ਇਕੱਠਾ ਕੀਤਾ ਜਾਵੇ ਇਸ ਮਹਾਨ ਹਸਤੀ ਵਾਸਤੇ। ਪਰ ਉਸੇ ਦਰਮਿਆਨ ਇਹ ਖਬਰ ਆ ਗਈ ਕਿ ਕੈਪਟਨ ਸਰਕਾਰ ਨੇ 2 ਲੱਖ ਰੁਪਈਏ ਦਾ ਉਹਨਾਂ ਨੂੰ ਐਲਾਨ ਕਰ ਦਿੱਤਾ। ਸਹਾਇਤਾ ਦਾ ਚੈੱਕ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਪੁੱਜ ਵੀ ਗਿਆ ਹੋਣਾ। ਬਹੁਤ ਵੱਡੀ ਇਹ ਇਮਦਾਦ ਹੈ ਇਸ ਸਮੇਂ, ਕਿਉਂਕਿ ਔਖਿਆਈ ਦੇ ਵਿੱਚ ਨੇ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਦਾ ਕੰਮ ਕੀਤਾ ਉਹ ਤੋਂ ਆਸ ਇਹ ਬੰਨਣੀ ਚਾਹੀਦੀ ਹੈ, ਔਰ ਇਹ ਹੋਣਾ ਵੀ ਚਾਹੀਦਾ ਹੈ ਕਿ ਕੋਈ ਨਾ ਕੋਈ ਵੈਲਫੇਅਰ ਫੰਡ ਇਸ ਤਰ੍ਹਾਂ ਦੇ ਜਿਹੜੇ ਫਨਕਾਰ ਆ, ਕਲਾਕਾਰ ਆ, ਉਹਨਾਂ ਲਈ ਇਸ ਤਰ੍ਹਾਂ ਦਾ ਕੋਈ ਵੈਲਫੇਅਰ ਫੰਡ ਹੋਵੇ ਕਿ ਬਹੁਤਾ ਲੋਕਾਂ ਨੂੰ ਜਾ ਕੇ ਮਿਹਨਤ ਮੁਸ਼ੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਹੁਤ ਆਸਾਨੀ ਦੇ ਨਾਲ ਉਸ ਫੰਡ ਦੇ ਵਿੱਚੋਂ ਇਹੋ ਜਿਹੇ ਫਨਕਾਰ ਹੈ ਜਿਹੜੇ ਉਹ ਆਪ ਜਾਂ ਉਹਨਾਂ ਦੇ ਘਰ ਦੇ ਮੁਸੀਬਤ ਪਈ ਤੋਂ ਕਢਾ ਸਕਣ। ਅਸੀਂ ਦੇਖਿਆ ਪੂਰਨ ਸ਼ਾਹ ਜਿਹੜੇ ਸੀਗੇ, ਮੇਰੇ ਖਿਆਲ ਦੇ ਨਾਲ ਬਰਕਤ ਸਿੱਧੂ, ਇੱਕ ਈਦੂ ਸ਼ਰੀਫ, ਇਹੋ ਜਿਹੇ ਫਨਕਾਰ ਜਿਹੜੇ ਕਿ ਸਦੀਆਂ 'ਚ ਕਿਤੇ ਇੱਕ ਵਾਰੀ ਪੈਦਾ ਹੁੰਦੇ ਆ, ਉਹ ਵਿਲਕ ਕੇ ਮਰ ਗਏ ਸਿਰਫ ਇਸ ਕਰਕੇ ਕਿਉਂਕਿ ਗੁਰਬਤ ਸੀ, ਉਹਨਾਂ ਦੇ ਕੋਲ ਇਲਾਜ ਹੀ ਨਹੀਂ ਹੋਇਆ, ਉਹਨਾਂ ਦੇ ਕੋਲ ਪੈਸਾ ਹੀ ਮੁਅੱਸਰ ਨਹੀਂ ਹੋਇਆ। ਸੋ ਮੇਰੇ ਖਿਆਲ ਦੇ ਨਾਲ ਕੈਪਟਨ ਨੂੰ ਇਸ ਪਾਸੇ ਸੋਚਣਾ ਚਾਹੀਦਾ, ਕੋਈ ਫੰਡ ਇਹਨਾਂ ਫਨਕਾਰਾਂ ਵਾਸਤੇ ਰੱਖਿਆ ਜਾਣਾ ਚਾਹੀਦਾ ਤਾਂ ਕਿ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਉਹ ਬਰਕਰਾਰ ਰਹੇ। ਜੀ ਬਿਲਕੁਲ ਜ਼ਰੂਰ ਚਾਹੀਦਾ, ਕਿਉਂਕਿ ਬਾਕੀ ਬਹੁਤੀ ਆਮਦਨ ਤਾਂ ਇਹਨਾਂ ਨੂੰ ਹੁੰਦੀ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ। ਹਾਂ ਤਾਂ ਸਰੋਤੇ, ਇਹ ਸਨ ਮਿੰਟੂ ਗੁਰਸਰੀਆ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਹੁਣ ਇਸੇ ਦੇ ਨਾਲ ਹੀ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।